ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 30 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ, ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਰ, ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ 408-272-2500 ਦੇ ਉੱਤੇ। ਢੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕਿਆਣਾ 415-909-0503 ਦੇ ਉੱਤੇ। ਊੜਾ ਡਟ ਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914 ਤੇ ਉੱਤੇ। ਇਸ ਦੇ ਨਾਲ ਸਪਾਂਸਰ ਕਰਦੇ ਨੇ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਿਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰਾ, ਗੁਰਮੇਲ ਬਾਸੀ, ਐਲ ਗਰੋਵ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਪੰਜਾਬੀ ਰੇਡੀਓ USA ਦਾ ਸਾਡਾ ਸਵੇਰ ਦਾ ਪ੍ਰੋਗਰਾਮ 9 ਵਜੇ ਤੋਂ ਲੈ ਕੇ 10 ਵਜੇ ਤੇ ਹੁੰਦਾ ਅਪਡੇਟ ਅਮਰੀਕਾ। ਸਾਡੇ ਸਾਰੇ ਹੀ 15 AM ਤੇ FM ਸਟੇਸ਼ਨ ਪੂਰੇ ਕੈਲੀਫੋਰਨੀਆ ਦੇ ਵਿੱਚ ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਇੰਸਟਾਗ੍ਰਾਮ ਤੇ ਸਾਰੇ ਪਾਸੇ ਜਿਹੜਾ ਸੁਣਿਆ ਜਾਂਦਾ ਹੈਗਾ। ਸੋ ਕੀ ਕੁਝ ਦੁਨੀਆ 'ਚ ਵਾਪਰਿਆ, ਕੀ ਕੁਝ ਅਮਰੀਕਾ 'ਚ ਵਾਪਰਿਆ ਹੈਗਾ, ਉਹ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੇ ਕਰਦੇ ਹੈਗੇ ਆ। ਅੱਜ ਇੱਕ ਮੇਨ ਨਿਊਜ਼ ਆ ਰਹੀ ਹੈਗੀ ਡੈਲਸ ਵੱਲੋਂ, ਉਹ ਵੀ ਡਿਟੇਲ 'ਚ ਬਾਅਦ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਵੀ ਟੈਕਸਸ ਵਾਲਿਆਂ ਨੇ ਇਹ ਕਹਿਤਾ ਵੀ ਕਿਸੇ ਵੀ ਉਹ ਪੋਲੀਟੀਕਲ ਅਸਾਈਲਮ ਵਾਲੇ ਨੂੰ ਜਿਹੜਾ ਕਮਰਸ਼ੀਅਲ ਲਾਇਸੈਂਸ ਆ ਉਹ ਨਹੀਂ ਦੇਣਗੇ, ਨੌਨ ਸਿਟੀਜ਼ਨ ਨੂੰ। ਇਹ ਕਹਿਤਾ, ਇਹ ਆਪਾਂ ਡਿਟੇਲ 'ਚ ਦੱਸਦੇ ਹਾਂ। ਉਸ ਤੋਂ ਪਹਿਲਾਂ ਜਿਹੜੇ ਜਨਰਲ ਸੱਦੇ ਹੋਏ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ, ਉਹਨਾਂ ਦੀ ਜਿਹੜੀ ਮੀਟਿੰਗ ਚੱਲੀ ਸੀ 800 ਦੇ ਕਰੀਬ ਪੂਰੇ ਦੁਨੀਆ ਤੋਂ ਸੱਦੇ ਸੀ, ਜਿੱਥੇ ਜਿੱਥੇ ਬੇਸਿਸ ਹੈਗੇ ਆ। ਸਭ ਤੋਂ ਪਹਿਲਾਂ ਜਿਹੜੇ ਪੀਟ ਹੈਕਸਟ ਆ, ਉਹਨਾਂ ਨੇ ਜਿਹੜੀ ਗੈਦਰਿੰਗ ਆ ਉਹ ਇਸ ਵੇਲੇ ਵਰਜੀਨੀਆ ਦੇ ਵਿੱਚ ਆ, ਉੱਥੇ ਉਹਨਾਂ ਨੂੰ ਐਡਰੈਸ ਕੀਤਾ। ਅਰਾਊਂਡ ਦਾ ਵਰਲਡ ਕਹਿੰਦੇ ਪੂਰੀ ਦੁਨੀਆ ਚੋਂ ਸਮਨ ਕੀਤੇ ਗਏ ਸੀ ਜਨਰਲ ਤੇ ਐਡਮਾਇਰਲਸ ਪਿਛਲੇ ਹਫ਼ਤੇ। ਤੇ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਪੀਟ ਹੈਕਸਟ ਮਰੀਨ ਕਾਰਪਸ ਮਿਊਜ਼ੀਅਮ ਜਿਹੜੀ ਹੈਗੀ ਆ ਕੁਆਂਟੀਕੋ ਵਰਜੀਨੀਆ, ਉੱਥੇ ਜਿਹੜੀ ਮੀਟਿੰਗ ਕੀਤੀ ਹੈਗੀ ਆ। ਸੋ ਹੈਕਸਟ ਨੇ ਨਵਾਂ ਨਾਂ ਜਿਹੜਾ ਰੱਖਿਆ ਗਿਆ ਹੈਗਾ ਪ੍ਰੈਜ਼ੀਡੈਂਟ ਟਰੰਪ ਨੂੰ, ਡਿਪਾਰਟਮੈਂਟ ਆਫ ਵਾਰ। ਤੇ ਕਹਿੰਦੇ ਵੀ ਹਜੇ ਚੇਂਜ ਤਾਂ ਨਹੀਂ ਹੋਇਆ ਕਾਂਗਰਸ ਦੇ ਥਰੂ, ਪਰ ਆਲਰੇਡੀ ਜਿਹੜਾ ਆ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਉਹਨਾਂ ਨੇ 10 ਨਵੇਂ ਡਾਇਰੈਕਟਿਵ ਜਿਹੜੇ ਆ ਜਾਰੀ ਕੀਤੇ ਹੈਗੇ ਆ, ਜਿਹਦੇ ਵਿੱਚ ਫਿਜ਼ੀਕਲ ਫਿਟਨੈਸ ਹੋਊਗੀ। ਕੁਛ ਜਿਹੜੇ ਸੀ ਜਨਰਲ ਜਿਹੜੇ ਆ ਉਹ ਥੋੜੇ ਭਾਰੇ ਸੀਗੇ, ਉਹਨਾਂ ਨਾਲ ਵੀ ਉਹਨਾਂ ਨੇ ਕਿਹਾ ਵੀ ਨਹੀਂ, ਇਹ ਤੁਸੀਂ ਮਿਲਟਰੀ ਦੇ ਵਿੱਚ ਆ ਤਾਂ ਐਨ ਫਿੱਟ ਹੋਣੇ ਚਾਹੀਦੇ ਹੈਗੇ ਆ। ਨਵੀਆਂ ਗਰੂਮਿੰਗ ਰਿਕੁਆਇਰਮੈਂਟਸ, ਤੇ ਵਾਲ ਰੱਖ ਸਕਦੇ ਨਹੀਂ ਹੈਗੇ, ਦਾੜੀ ਨਹੀਂ ਰੱਖ ਸਕਦੇ ਹੈਗੇ। ਇਹ ਹੁਣ ਸਿੱਖਾਂ ਦੀ ਇੱਥੇ ਪੋਜੀਸ਼ਨ ਕੀ ਹੋਊਗੀ, ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ। ਤੇ ਉਹਨਾਂ ਨੇ ਟੌਕਸਿਕ ਲੀਡਰ ਨੂੰ ਵੀ ਸਲੈਮ ਕੀਤਾ ਹੈਗਾ ਵੀ ਉਹਨਾਂ ਨੇ ਜਿਹੜਾ ਡਿਫੈਂਸ ਡਿਪਾਰਟਮੈਂਟ ਦਾ ਜਿਹੜਾ ਸਟੈਂਡਰਡ ਆ ਉਸ ਨੂੰ ਲੋਅਰ ਕਰ ਦਿੱਤਾ ਹੈਗਾ। ਸੋ 10 ਡਾਇਰੈਕਟਿਵ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਉਹ ਇਸ਼ੂ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਜਨਰਲਸ ਨੂੰ ਐਡਰੈਸ ਕੀਤਾ ਹੈਗਾ, ਉਹਦੇ ਵਿੱਚ ਇਹ ਕਿਹਾ ਵੀ ਆਪਾਂ ਦੇਖ ਰਹੇ ਹਾਂ ਵੀ ਕੀ ਸਿਚੁਏਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਇਸ ਟਾਈਮ ਦੇ ਉੱਤੇ। ਸਾਨੂੰ ਤੇ ਖਤਰਾ ਇੰਟਰਨਲੀ ਹੈਗਾ, ਕਿਸੇ ਵਰਦੀ ਵਾਲੇ ਬੰਦੇ ਤੋਂ, ਬਾਹਰ ਵਾਲੇ ਮੁਲਕ ਤੋਂ ਨਹੀਂ, ਇੰਟਰਨਲੀ ਕਹਿੰਦੇ ਸਾਨੂੰ ਜ਼ਿਆਦਾ ਖਤਰਾ ਹੈਗਾ ਆ। ਉਹਨਾਂ ਨੇ ਜਿਹੜਾ ਨੋਬਲ ਪੀਸ ਪ੍ਰਾਈਜ਼, ਪੀਸ ਨੈਗੋਸੀਏਸ਼ਨ ਬਿਟਵੀਨ ਇਜ਼ਰਾਈਲ ਐਂਡ ਹਮਾਸ, ਇਹ ਸਾਰਾ ਕੁਝ ਜਿਹੜਾ ਆ ਡਿਸਕਸ ਕੀਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ $1 ਟ੍ਰਿਲੀਅਨ ਕਮਿਟ ਕਰ ਰਿਹਾ ਸਨ 2026 ਦੇ ਲਈ, ਮਿਲਟਰੀ ਦੇ ਲਈ। ਤੇ ਇਹਨਾਂ ਨੇ ਜੋ ਗਵਰਨਮੈਂਟ ਸ਼ਟਡਾਊਨ ਹੋਣੀ ਹੈਗੀ ਆ, ਅੱਜ ਰਾਤ ਤੱਕ ਜੇ ਡੀਲ ਨਾ ਬਣੀ, ਉਹਦੇ ਸੰਬੰਧ ਦੇ ਵਿੱਚ ਦੋਨਾਂ ਲੀਡਰਾਂ ਨੇ, ਨਾ ਹੀ ਪ੍ਰੈਜ਼ੀਡੈਂਟ ਟਰੰਪ ਨੇ ਤੇ ਨਾ ਹੀ ਹੈਕਸਟ ਨੇ, ਕੁਝ ਵੀ ਡਿਸਕਸ ਕੀਤਾ। ਸੋ ਕਹਿੰਦੇ ਭਈ ਐਕਟਿਵ ਡਿਊਟੀ ਟਰੂਪਸ ਉਹਨਾਂ ਨੂੰ ਵਾਪਸ ਜਿਹੜਾ ਡਿਪਲੋਏ ਕੀਤਾ ਜਾਊਗਾ, ਈਵਨ ਦੋ ਉਹਨਾਂ ਦੀ ਜਿਹੜੀ ਪੇ ਆ
ਉਹ ਲੇਟ ਵੀ ਹੋ ਜਾਵੇ। ਜੀ, ਬਿਲਕੁਲ। ਸੋ ਕਹਿੰਦੇ ਵੀ ਮਿਲਟਰੀ ਨੂੰ ਰੀਸ਼ੇਪ ਬੇਸਿਕਲੀ ਕਰ ਰਹੇ ਆ। ਕਹਿੰਦੇ ਵੀ ਵਾਰੀਅਰ ਸਪਿਰਿਟ ਰੀਅਵੇਕਨਿੰਗ ਇਸ ਪਾਸੇ ਵੱਲ ਨੂੰ ਆ। ਇਹ ਕੋਡ ਵਰਡ ਨੇ ਕਿਸੇ ਚੀਜ਼ ਦੇ ਲਈ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਸੋ ਸਟਰੈਂਥ ਦੇ ਵਿੱਚ ਜਿਹੜਾ ਕਹਿੰਦੇ ਵੀ ਦਿਖਾਇਆ ਜਾ ਰਿਹਾ ਵੀ ਅਸੀਂ ਹੁਣ ਤਾਕਤਵਰ ਆ। ਸੋ ਉਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਕਾਫੀ ਵੱਡੀ ਮੀਟਿੰਗ ਸੀਗੀ। ਜਿੱਦਾਂ ਆਪਾਂ ਦੱਸਿਆ ਸੀਗਾ ਵੀ ਕਈ ਤਰੀਕੇ ਦੀਆਂ ਕਿਆਸਰਾਈਆਂ ਜਿਹੜੀਆਂ ਇਸ ਦੇ ਵਿੱਚ ਚੱਲ ਰਹੀਆਂ ਸੀਗਾ ਵੀ ਪਤਾ ਨਹੀਂ ਕਿਸੇ ਨੂੰ ਲਾਹ ਦੇਣਾ ਆ ਜਾਂ ਕੀ ਇਸ ਦੇ ਵਿੱਚ ਹੋਣ ਜਾ ਰਿਹਾ ਹੈ। ਕਿਤੇ ਲੜਾਈ ਦੇ ਕੋਈ ਸੰਕੇਤ ਨਹੀਂ ਜਿਹੜੇ ਉਹ ਹੋ ਰਹੇ। ਪਰ ਵਾਰੀਅਰ ਸਪਿਰਿਟ ਦੀ ਬਾਰ-ਬਾਰ ਗੱਲ ਕੀਤੀ ਹੈ। ਤਾਂ ਵਾਰੀਅਰ ਸਪਿਰਿਟ ਦੇ ਜਿਹੜੇ ਸੰਦੇਸ਼ ਆ ਉਦੋਂ ਹੀ ਦਿੱਤੇ ਜਾਂਦੇ ਹੁੰਦੇ ਆ ਜ਼ਿਆਦਾਤਰ ਹਰਜੋਤ ਸਿੰਘ ਜੀ, ਜਦੋਂ ਪਤਾ ਹੋਵੇ ਵੀ ਮੈਦਾਨ ਦੇ ਵਿੱਚ ਜਿਹੜਾ ਉਹ ਆਪਾਂ ਛਾਲ ਜਿਹੜੀ ਇਸ ਦੇ ਵਿੱਚ ਮਾਰਨੀ ਆ। ਸੋ ਇਹ ਹੁਣ ਦੇਖਦੇ ਆ। ਪਰ ਇਹ ਆ ਵੀ ਮਿਲਟਰੀ ਨੂੰ ਇੱਕ ਵਾਰੀ ਪੂਰਾ ਉਹਨਾਂ ਨੇ ਨਵਾਂ ਰੰਗ ਰੂਪ ਜਿਹੜਾ ਉਹ ਦੇ ਰਹੇ ਹੈਗੇ ਆ ਤੇ ਇਸ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਰਹੇਗਾ ਇਹ ਦੇਖਣ ਵਾਲੀ ਗੱਲ ਆ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬਜਟ ਜੇ ਕਿਸੇ ਮੁਲਕ ਦੀ ਮਿਲਟਰੀ ਦਾ ਆ ਉਹ ਅਮਰੀਕਨ ਮਿਲਟਰੀ ਦੇ ਲਈ ਹੁੰਦਾ ਆ। ਛੋਟੇ-ਮੋਟੇ ਕਈ ਦੇਸ਼ਾਂ ਦੀਆਂ GDP ਮਿਲਾ ਕੇ ਤਾਂ ਉਹਨਾਂ ਇਹ ਸਾਲਾਨਾ ਜਿਹੜਾ ਖਰਚਾ ਆ ਮਿਲਟਰੀ ਦੇ ਉੱਤੇ ਅਮਰੀਕਾ ਵਾਲੇ ਜਿਹੜੇ ਉਹ ਲਾ ਦਿੰਦੇ ਆ। ਸੋ ਉਹਨਾਂ ਦੇ ਹਿਸਾਬ ਦੇ ਨਾਲ ਹੁਣ ਅੱਗੇ ਜਿਹੜਾ ਉਹ ਜਿਹੜਾ ਉਹ ਕਰਨਗੇ। ਸੋ ਕਈ ਜਿਹੜੇ ਇਨ ਪਰਸਨ ਸੀਗੇ, ਕਈ ਜਿਹੜੇ ਉਹ ਆਨਲਾਈਨ ਉਹਨਾਂ ਨੇ ਜਿਹੜਾ ਉਹ ਹਾਜ਼ਰੀ ਜਿਹੜੀ ਉਹ ਭਰੀ ਆ। ਤੇ ਆਈ ਥਿੰਕ ਉਹ ਗੱਲ ਵਧੀਆ ਰਹੀ ਹਰਜੋਤ ਸਿੰਘ ਜੀ ਵੀ ਜਿਹਦੇ ਵਿੱਚ ਜਿਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਹਾਂ ਭਾਈ ਆ ਢਿੱਡਾਂ ਵੱਲ ਜਿਹੜਾ ਜਿਹਾ ਮਾੜਾ ਜਿਹਾ ਨਜ਼ਰ ਮਾਰੋ ਵੀ ਜਰਨਲ ਏਦਾਂ ਦੇ ਨਹੀਂ ਜਿਹੜੇ ਉਹ ਹੋਣੇ ਜਿਹੜੇ ਉਹ ਚਾਹੀਦੇ। ਸੋ ਲੈਟਸ ਸੀ ਜਿਹੜਾ ਉਹ ਕੀ ਇਸ ਦੇ ਵਿੱਚ ਬਣਦਾ ਆ। ਟਰੰਪ ਹੋਣਾ ਨੇ ਵੀ ਰੈਫਰ ਕੀਤਾ ਵੀ ਕਹਿੰਦੇ ਵੀ ਸਪੀਚ ਦੇ ਵਿੱਚ ਕਹਿੰਦੇ ਵੀ 2 N ਵਰਡਸ ਨੇ ਤੇ ਆਪਾਂ ਦੋਨੋਂ ਹੀ ਜਿਹੜੇ ਉਹ ਨਹੀਂ ਵਰਤ ਸਕਦੇ ਹੈਗੇ। ਸੋ ਕਹਿੰਦੇ ਵੀ ਕਈ ਤਾਂ ਆਮ ਹੀ ਵਰਡ ਆ ਉਹਨਾਂ ਨੂੰ ਜਿਹੜਾ ਉਹ ਵਰਤਦੇ ਰਹਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਦੀਆਂ ਜਿਹੜੀਆਂ ਉਹ ਚਾਹੀਦੀਆਂ। ਸੋ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਪੀਟ ਹੈਗਸਥ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਜਿਹੜੀਆਂ ਡੇਂਜਰਸ ਸਿਟੀਜ਼ ਆ ਉਹਨਾਂ ਨੂੰ ਆਪਾਂ ਟ੍ਰੇਨਿੰਗ ਗਰਾਊਂਡ ਦੇ ਲਈ ਵਰਤਣਾ ਹੈ ਮਿਲਟਰੀ ਦੇ ਲਈ। ਸੋ ਕਹਿੰਦੇ ਵੀ ਵੀ ਕੁਡ ਯੂਜ਼ ਸਮ ਆਫ ਦਾ ਡੇਂਜਰਸ ਸਿਟੀਜ਼ ਐਟ ਟ੍ਰੇਨਿੰਗ ਗਰਾਊਂਡਸ ਫਾਰ ਆਵਰ ਮਿਲਟਰੀ ਅਰਬਨ ਏਰੀਆਜ਼ ਦੇ ਲਈ। ਸੋ ਇਹ ਉਹੀ ਚੀਜ਼ ਆ ਹਰਜੋਤ ਸਿੰਘ ਜੀ, ਮੁਲਕ ਦੀ ਫੌਜ ਮੁਲਕ ਦੇ ਬਸ਼ਿੰਦਿਆਂ ਦੇ ਉੱਤੇ ਜਿਹੜੀ ਉਹ ਲਾਉਣੀ ਹੈ। ਪਹਿਲੋਂ ਵੀ ਇਤਿਹਾਸ ਵੀ ਗਵਾਹ ਆ ਵੀ ਇਹ ਚੀਜ਼ ਚੰਗੀ ਨਹੀਂ ਰਹੀ ਹੁੰਦੀ। ਸੋ ਉਸੇ ਤਰੀਕੇ ਦੇ ਨਾਲ ਜਿੱਦਾਂ ਆਪਾਂ ਦੇਖਿਆ ਵੀ LA 'ਚ, ਸ਼ਿਕਾਗੋ 'ਚ, ਪੋਰਟਲੈਂਡ ਦੇ ਵਿੱਚ ਜਿਹੜੇ ਨੈਸ਼ਨਲ ਗਾਰਡਸ ਟਰੂਪਸ ਜਿਹੜੇ ਉਹ ਲਾਈ ਜਾ ਰਹੇ ਆ ਤਾਂ ਹੀ ਉਸ ਦਾ ਕਿਤੇ ਨਾ ਕਿਤੇ ਕਾਫੀ ਵਿਰੋਧ ਵੀ ਲੋਕਾਂ ਦੇ ਵਿੱਚੋਂ ਜਿਹੜਾ ਉਹ ਜਤਾਇਆ ਜਾ ਰਿਹਾ। ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਮਿਲਟਰੀ ਐਸਕੇਲੇਸ਼ਨ ਹੋਈ ਸੀ ਉਹਨੂੰ ਜਿਹੜੇ ਖਤਮ ਕਰਾਉਣ ਦੀ ਫੇਰ ਗੱਲ ਜਿਹੜੀ ਉਹ ਵਾਕਿਆ ਮੈਨੂੰ ਲੱਗਦਾ ਹੁਣ ਤਾਂ ਗਿਣਤੀ ਮਿਣਤੀ ਨਹੀਂ ਰਹੀ ਹੋਣੀ ਵੀ ਕਿੰਨੀ ਵਾਰੀ ਟਰੰਪ ਉਹਨਾਂ ਨੇ ਕਹਿਤਾ ਵੀ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ 2 ਨਿਊਕਲੀਅਰ ਪਾਵਰ ਆ ਵੀ ਉਹਨਾਂ ਦੀ ਲੜਾਈ ਜਿਹੜੀ ਆ ਉਹਨੂੰ ਆਪਸ ਦੇ ਵਿੱਚ ਜਿਹੜਾ ਉਹਨਾਂ ਨੇ ਰੁਕਵਾ ਦਿੱਤਾ ਹੈਗਾ ਆ। ਸੋ ਇੰਡੀਆ ਵਾਲੇ ਵੀ ਵਹਿੰਦੇ ਹੋਣੇ ਵੀ ਸਾਡੇ ਨਾਲ ਬਣੀ ਕੀ ਜਾਂਦਾ ਵੀ ਜਿੱਥੇ ਜਾਂਦੇ ਟਰੰਪ ਹੋਣੇ ਛੱਡਦੇ ਨਹੀਂ ਇਸ ਜਿਹੜੀ ਉਹ ਗੱਲ ਨੂੰ ਜਿਹੜਾ ਉਹ ਲੈ ਕੇ। ਸੋ ਪਰ ਇਹ ਆ ਵੀ ਮਿਲਟਰੀ ਗੈਦਰਿੰਗ ਨੂੰ ਐਡਰੈਸ ਕੀਤਾ ਆ ਟਰੰਪ ਹੋਣਾ ਨੇ ਤੇ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਪਾਵਰ ਮੂਵ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ ਆ। ਕਮਾਂਡਰ ਇਨ ਚੀਫ ਨੇ ਜਿੰਨੇ ਵੀ ਕਮਾਂਡਰਸ ਨੇ ਜਿਹੜੀ ਵੀ ਸ਼ਾਖਾ ਦੇ ਨੇ ਉਹ ਸਾਰੇ ਪ੍ਰੈਜ਼ੀਡੈਂਟ ਦੇ ਅੰਡਰ ਹੁੰਦੇ ਆ ਤੇ ਪ੍ਰੈਜ਼ੀਡੈਂਟ ਨੇ ਇਦਾਂ ਦੀ ਗੈਦਰਿੰਗ ਕਰਕੇ ਡਿਫੈਂਸ ਸਕੱਤਰ ਨੇ ਇਦਾਂ ਦੀ ਗੈਦਰਿੰਗ ਕਰਕੇ ਇਸ ਚੀਜ਼ ਨੂੰ ਕਲੀਅਰ ਕਰ ਦਿੱਤਾ ਵੀ ਹੂ ਇਜ਼ ਦਾ ਬੌਸ, ਵੀ ਬੌਸ ਜਿਹੜਾ ਅਸਲ ਦੇ ਵਿੱਚ ਕੌਣ ਹੈਗਾ ਆ। ਜੀ ਬਿਲਕੁਲ। ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ $1 ਟ੍ਰਿਲੀਅਨ ਮਿਲਟਰੀ ਦੇ ਉੱਤੇ ਸੰਨ 2026 ਚ ਸਪੈਂਡ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਦੈਟ ਇਜ਼ ਲੋਟ ਆਫ ਮਨੀ, ਹੈ ਵੀ ਬਹੁਤ ਜ਼ਿਆਦਾ ਮਨੀ, $1 ਟ੍ਰਿਲੀਅਨ। ਤੇ ਇਹ ਜੋ ਉੱਥੇ ਇਕੱਠ ਹੋਇਆ ਸੀਗਾ ਮਿਲਟਰੀ ਲੀਡਰਸ ਦਾ, ਉਹਨਾਂ ਦੇ ਸਾਹਮਣੇ ਉਹਨਾਂ ਨੇ ਬੋਲਦੇ ਹੋਏ ਦੱਸਿਆ ਹੈਗਾ। ਕਹਿੰਦੇ ਵੀ 2025 ਦੇ ਫਿਸਕਲ ਈਅਰ 'ਚ ਜੋ ਅਪਰੂਵ ਹੋਇਆ ਸੀ ਬਜਟ ਉਹ $895 ਬਿਲੀਅਨ ਦਾ ਸੀਗਾ। ਸੋ ਨੈਕਸਟ ਈਅਰ $1 ਟ੍ਰਿਲੀਅਨ ਦਾ। ਤੇ ਉਹਨਾਂ ਨੇ ਇਹ ਕਿਹਾ ਵੀ 19 ਨੇਵੀ ਸ਼ਿਪਸ ਹੋਰ ਖਰੀਦਣ ਜਾ ਰਹੇ ਹੈਗੇ ਜਿਨ੍ਹਾਂ ਦੇ ਵਿੱਚ ਹੋਰ ਸਬਮਰੀਨਸ, ਡਿਸਟਰੋਇਰਸ, ਅਸੌਲਟ ਸ਼ਿਪਸ, ਇਹ ਸਾਰਾ ਕੁਝ ਜਿਹੜਾ ਆ ਆਉਣ ਵਾਲੇ ਸਾਲ ਦੇ ਵਿੱਚ ਉਹ ਖਰੀਦਣ ਜਾ ਰਹੇ ਹੈਗੇ ਆ। ਸੋ ਕਾਫੀ ਕੁਝ ਕਿਸੇ ਤੋਂ ਲੈਣੀਆਂ ਜਾਂ ਆਪ ਬਣਾਈਆਂ ਜਾਣਗੀਆਂ ਇਹਦਾ ਪਤਾ ਜਿਹੜਾ ਉਹ ਲੱਗੂਗਾ ਇਵੈਂਚੁਅਲੀ। ਜ਼ਿਆਦਾਤਰ ਅਮਰੀਕਾ ਜਿਹੜਾ ਵੀ ਸਮਾਨ ਆ ਉਹ ਮਿਲਟਰੀ ਦਾ ਖੁਦ ਆਪ ਤਿਆਰ ਕਰਦਾ, ਆਪ ਜਿਹੜਾ ਉਹ ਬਣਾਉਂਦਾ ਆ।
ਜੇ ਕਿਸੇ ਦੇ ਉੱਤੇ ਡਿਪੈਂਡੈਂਟ ਹੋਣਗੇ ਮਿਲਟਰੀ ਦੇ ਲਈ ਤਾਂ ਫਿਰ ਜਿੱਦਾਂ ਆਪਣੇ ਵੇਖਿਆ ਵੀ ਬਾਕੀ ਮੁਲਕਾਂ ਦਾ ਜੋ ਹਾਲ ਆ, ਫਿਰ ਅਮਰੀਕਾ ਦਾ ਵੀ ਉਹ ਹਾਲ ਜਿਹੜਾ ਉਹ ਨਾ ਹੋ ਜੇ। ਸੋ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਇਹਦਾ ਮਤਲਬ ਆ ਵੀ ਸ਼ਾਇਦ ਬੇੜਿਆਂ ਦੇ ਵਿੱਚ ਐਡ ਜਿਹੜਾ ਉਹ ਕੀਤਾ ਜਿਹੜੇ ਉਹ ਜਾਣਗੇ ਇਹ ਨਵੇਂ ਸ਼ੈਲ ਬਣਾਉਣੇ ਤਾਂ ਇਹਨਾਂ ਨੇ ਆਪ ਹੀ ਜਿਹੜੇ ਉਹ ਆਪੋ ਆਪਣੀਆਂ ਜਿਹੜੀਆਂ ਫੈਸਿਲਿਟੀਜ਼ ਦੇ ਵਿੱਚ ਹੀ ਹੋਣਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹਮਾਸ ਦੇ ਉੱਤੇ ਕਹਿੰਦੇ ਵੀ ਹੁਣ ਇਸ ਟਾਈਮ ਖਾਸਾ ਜਿਹੜਾ ਦਬਾਅ ਬਣਿਆ ਪਿਆ ਆ। ਕਾਰਨ ਇਹੀ ਆ ਵੀ ਕੱਲ ਜਿਹੜਾ ਨਿਤਨਯਾਹੂ ਜੋ ਇੱਥੇ ਅਮਰੀਕਾ ਦੇ ਵਿੱਚ ਆਇਆ ਸੀ ਟਰੰਪ ਹੋਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜਿਹੜਾ ਐਲਾਨ ਕੀਤਾ ਵੀ ਗਾਜ਼ਾ ਦੇ ਵਿੱਚ ਜਿਹੜਾ ਪੀਸ ਪਲਾਨ ਆ ਉਹ ਲਾਇਆ ਗਿਆ ਆ ਤੇ ਇਜ਼ਰਾਈਲ ਵਾਲੇ ਮੰਨ ਗਏ ਆ। ਸੋ ਕਹਿੰਦੇ ਵੀ ਡੈਡਲਾਈਨ ਜਿਹੜੀ ਆ ਉਸ ਨੂੰ ਲੈ ਕੇ ਹਮਾਸ ਵਾਲੇ ਹੁਣ ਦਬਾਅ ਦੇ ਵਿੱਚ ਆ ਵੀ ਇਸ ਨੂੰ ਉਹ ਕਦੋਂ ਜਿਹੜੇ ਉਹ ਮੰਨਦੇ ਆ। 20 ਪੁਆਇੰਟਾਂ ਦਾ ਗਾਜ਼ਾ ਪੀਸ ਪਲਾਨ ਆ ਜਿਹਦੇ ਵਿੱਚ ਕਹਿੰਦੇ ਵੀ ਟਰੰਪ ਹੋਣਾ ਨੇ ਹਮਾਸ ਨੂੰ 3 ਤੋਂ 4 ਦਿਨ ਦਿੱਤੇ ਆ ਇਸ US ਬੈਕਡ ਗਾਜ਼ਾ ਪਲਾਨ ਨੂੰ ਮੰਨਣ ਦੇ ਲਈ, ਅਸੈਪਟ ਜਿਹੜਾ ਉਹ ਕਰਨ ਦੇ ਲਈ। ਇਸ ਪਲਾਨ ਦੇ ਵਿੱਚ ਸੀਜ਼ਫਾਇਰ ਆ, ਪ੍ਰਿਜ਼ਨਰ ਸਵਾਪ ਆ ਤੇ ਹਮਾਸ ਦੀ ਡਿਸਆਰਮਾਮੈਂਟ ਆ, ਯਾਨੀ ਕਿ ਉਹਨਾਂ ਦਾ ਹਥਿਆਰ ਆ ਉਹਨਾਂ ਤੋਂ ਵਾਪਸ ਲਏ ਜਾਣਗੇ। ਅਰਬ ਤੇ ਮੁਸਲਿਮ ਮੁਲਕਾਂ ਨੇ ਟਰੰਪ ਹੋਣਾ ਦੇ ਇਹਨਾਂ ਐਫਰਟਸ ਨੂੰ ਜਿਹੜਾ ਉਹ ਜੀ ਆਇਆਂ ਨੂੰ ਆਖਿਆ ਹੈਗਾ ਆ। ਮੀਡੀਏਟਰਸ ਜਿਹੜੇ ਵਿਚੋਲਗੀ ਆ ਕਰਨ ਵਾਲੇ ਆ, ਕਤਰ ਤੇ ਮਿਸਰ ਵਾਲੇ, ਇਜਿਪਟ ਵਾਲੇ, ਉਹਨਾਂ ਨੇ ਇਹ ਜਿਹੜਾ 20 ਜਿਹੜਾ ਨੁਕਾਤੀ ਪਲਾਨ ਆ ਉਹ ਹਮਾਸ ਦੇ ਨਾਲ ਕਹਿੰਦੇ ਵੀ ਕੱਲ ਸ਼ਾਮ ਨੂੰ ਸਾਂਝਾ ਜਿਹੜਾ ਉਹ ਕਰ ਲਿਆ ਸੀਗਾ। ਤੇ ਕਹਿੰਦੇ ਵੀ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨਿਤਨਯਾਹੂ ਆ ਉਹ ਟਰੰਪ ਹੋਣਾ ਦੇ ਨਾਲ ਸੀਗੇ ਵਾਈਟ ਹਾਊਸ ਦੇ ਵਿੱਚ ਜਦੋਂ ਟਰੰਪ ਹੋਣਾ ਨੇ ਇਸ ਪਲਾਨ ਦੀ ਘੋਸ਼ਣਾ ਕੀਤੀ ਜਿਹੜੀ ਉਹ ਸੀਗੀ। ਸੋ ਕਹਿੰਦੇ ਵੀ ਜਿਹੜੇ ਇਜ਼ਰਾਈਲ ਦੀਆਂ ਜਿਹੜੀਆਂ ਆਰਮਸ ਜਿਹੜੀਆਂ ਵਾਰ ਏਮਸ ਆ ਜੋ ਉਹਨਾਂ ਦੀ ਲੜਾਈ ਦੇ ਵਿੱਚ ਟੀਚੇ ਆ ਉਹਨਾਂ ਤੋਂ ਉਹ ਸੰਤੁਸ਼ਟ ਜਿਹੜੇ ਉਹ ਨਜ਼ਰ ਆ ਰਹੇ ਸੀਗੇ ਨਿਤਨਯਾਹੂ। ਹਮਾਸ ਇਹਨਾਂ ਨੈਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਦੇ ਵਿੱਚ ਸ਼ਾਮਿਲ ਨਹੀਂ ਸੀਗੇ। ਉਹ ਸਿੱਧਾ ਜਿਹੜੀ ਇਹਨਾਂ ਨੇ ਪਲਾਨ ਬਣਾਇਆ ਉਹਨਾਂ ਨੂੰ ਜਿਹੜਾ ਦੇ ਦਿੱਤਾ ਗਿਆ ਵੀ ਕਹਿੰਦੇ ਵੀ ਮੰਨੋ ਨਹੀਂ ਤਾਂ ਫਿਰ ਕੰਮ ਜਿਹੜਾ ਤੁਹਾਡਾ ਹੋਰ ਵੀ ਖਰਾਬ ਹੋ ਸਕਦਾ। ਸੋ 3-4 ਦਿਨ ਦੀ ਮੌਲਤ ਦਿੱਤੀ ਆ, ਉਹ ਤੋਂ ਬਾਅਦ ਕੀ ਹੋ ਸਕਦਾ ਆ ਉਹਦੇ ਬਾਰੇ ਅਜੇ ਦੱਸਿਆ ਗਿਆ ਨਹੀਂ ਹੈਗਾ। ਸੋ ਕਤਰ ਤੇ ਮਿਸਰ ਵਾਲਿਆਂ ਨੇ ਇਹਨਾਂ ਨੂੰ ਇਹ ਜਾਣਕਾਰੀ ਦਿੱਤੀ ਆ। ਵਾਸ਼ਿੰਗਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਤੇ ਜਿਹੜੇ ਇਜ਼ਰਾਈਲੀ ਤੇ ਅਰਬ ਲੀਡਰ ਆ ਉਹਨਾਂ ਨੇ ਵੀ ਇਸ ਪਲਾਨ ਨੂੰ ਜਿਹੜਾ ਥਾਪੜਾ ਦਿੱਤਾ ਆ, ਅੰਡੋਰਸ ਜਿਹੜਾ ਉਹ ਕਰ ਦਿੱਤਾ ਆ ਤੇ ਸਾਰਿਆਂ ਨੇ ਇਹੀ ਕਿਹਾ ਵੀ ਅਸੀਂ ਹੁਣ ਹਮਾਸ ਦੀ ਵੇਟ ਕਰ ਰਹੇ ਹਾਂ ਵੀ ਉਹ ਆਪਣਾ ਫੈਸਲਾ ਕਦੋਂ ਜਿਹੜੇ ਉਹ ਲੈਣਗੇ। ਸੋ ਕਹਿੰਦੇ ਵੀ 3 ਜਾਂ 4 ਦਿਨ ਉਹਨਾਂ ਨੂੰ ਜਿਹੜਾ ਉਹ ਰਿਸਪੌਂਡ ਕਰਨ ਦੇ ਲਈ ਜਿਹੜੇ ਉਹ ਦਿੱਤੇ ਜਾਣਗੇ। ਸੋ ਹਮਾਸ ਕਹਿੰਦੇ ਵੀ ਆਈਦਰ ਗੋਇੰਗ ਟੂ ਡੂ ਇਟ ਔਰ ਨਾਟ, ਇਫ ਇਟਸ ਨਾਟ ਇਟਸ ਗੋਇੰਗ ਟੂ ਬੀ ਵੈਰੀ ਸੈਡ ਐਂਡ। ਇਹ ਵੀ ਜਿਹੜਾ ਟਰੰਪ ਹੋਣਾ ਨੇ ਵਾਈਟ ਹਾਊਸ ਦੇ ਵਿੱਚ ਗੱਲ ਕਰਦੇ ਹੋਏ ਜਿਹੜਾ ਉਹ ਆਖਿਆ ਤੇ ਉਹਨਾਂ ਨੇ ਕਿਹਾ ਵੀ ਕੀ ਇਸ ਤੋਂ ਬਾਅਦ ਦੇ ਵਿੱਚ ਵੀ ਕੋਈ ਗੱਲਬਾਤ ਦਾ ਰਹਿ ਜਾਂਦਾ ਆ, ਕੋਈ ਸਕੋਪ ਹੈਗਾ ਆ ਵੀ ਗੱਲ ਹੋ ਸਕਦੀ ਆ। ਤਾਂ ਟਰੰਪ ਹੋਣਾ ਨੇ ਦੋ ਸ਼ਬਦਾਂ 'ਚ ਜਵਾਬ ਦਿੱਤਾ, ਕਹਿੰਦੇ ਵੀ ਨਾਟ ਮੱਚ, ਵੀ ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਬਹੁਤਾ ਨਹੀਂ ਰਹਿ ਜਾਂਦਾ ਹੈਗਾ। ਸੋ ਇਸ ਦੇ ਵਿੱਚ ਇਮੀਡੀਏਟ ਸੀਜ਼ਫਾਇਰ, ਜਿੰਨੇ ਵੀ ਹੌਸਟੇਜਸ ਆ ਉਹਨਾਂ ਸਾਰਿਆਂ ਦੀ ਅਦਲਾ ਬਦਲੀ ਜਿਹੜੀ ਹੋਣੀ, ਹਮਾਸ ਦੇ ਦੁਆਰਾ ਜਿਹੜੇ ਫੜੇ ਗਏ ਹੈਗੇ ਆ ਤੇ ਜਿਹੜੇ ਇਜ਼ਰਾਈਲ ਨੇ ਪੈਲਸਤੀਨੀਅਨ ਫੜੇ ਆ ਉਹਨਾਂ ਨੂੰ ਆਪਸ ਦੇ ਵਿੱਚ ਬਦਲਾ ਕੀਤਾ ਜਾਊਗਾ ਤੇ ਇਜ਼ਰਾਈਲ ਵਾਲੇ ਕਹਿੰਦੇ ਵੀ ਗਾਜ਼ਾ ਦੇ ਵਿੱਚੋਂ ਵਿਡਰਾ ਕਰ ਲੈਣਗੇ ਤੇ ਹਮਾਸ ਤੋਂ ਹਥਿਆਰ ਜਿਹੜੇ ਉਹ ਵਾਪਸ ਲੈ ਜਾਣਗੇ ਤੇ ਜਿਹੜੀ ਟ੍ਰਾਂਜੀਸ਼ਨਲ ਸਰਕਾਰ ਆ ਇੱਕ ਅੰਤਰਰਾਸ਼ਟਰੀ ਜਿਹੜੀ ਬਾਡੀ ਆ ਉਹ ਬਣਾਈ ਜਾਊਗੀ। ਉਸ ਦੇ ਤਹਿਤ ਜਿਹੜੀ ਟ੍ਰਾਂਜੀਸ਼ਨਲ ਗਵਰਨਮੈਂਟ ਆ ਉਸ ਨੂੰ ਬਣਾਇਆ ਜਿਹੜਾ ਹੋ ਜਾਵੇਗਾ। ਸੋ ਇੱਕ ਜਿਹੜਾ ਸੋਰਸ ਆ ਰੋਇਟਰਸ ਦੇ ਕਰੀਬ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਹਮਾਸ ਵਾਲੇ ਅੰਦਰ ਖਾਤੇ ਇਹ ਕਹਿ ਰਹੇ ਆ ਵੀ ਇਹ ਜਿਹੜਾ ਪਲਾਨ ਬਣਾਇਆ ਗਿਆ ਆ ਇਹ ਇਜ਼ਰਾਈਲ ਦਾ ਹੀ ਪੱਖ ਪੂਰਦਾ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ ਤੇ ਕਹਿੰਦੇ ਵੀ ਸਾਡੇ ਉੱਤੇ ਇੰਪੋਸੀਬਲ ਕੰਡੀਸ਼ਨਸ ਜਿਹੜੀਆਂ ਉਹ ਲਾਈਆਂ ਗਈਆਂ ਆ। ਸੋ ਦੇਖੋ ਕੀ ਹੁੰਦਾ ਆ, ਪਰ ਅਜੇ 2-3 ਦਿਨ ਦਾ ਵਕਤ ਉਹਨਾਂ ਦੇ ਕੋਲ ਹੈ ਹਮਾਸ ਦੇ ਕੋਲ ਤੇ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਉਹ ਹਮਾਸ ਫੈਸਲਾ ਇਸ ਦੇ ਵਿੱਚ ਲੈਂਦੀ ਹੈਗੀ ਆ। ਕਹਿੰਦੇ ਵੀ ਪ੍ਰੈਸ਼ਰ ਬਹੁਤ ਆ ਹਮਾਸ ਦੇ ਉੱਤੇ ਵੀ। ਫੋਰਨ ਮਿਨਿਸਟਰ ਜਿਹੜੇ ਸਾਊਦੀ ਅਰੇਬੀਆ ਦੇ, ਜਾਰਡਨ ਦੇ, UAE ਦੇ, ਕਤਰ ਦੇ, ਇਜਿਪਟ ਦੇ, ਇਹਨਾਂ ਸਾਰਿਆਂ ਨੇ ਇਸ ਪਲਾਨ ਨੂੰ ਜੀ ਆਇਆਂ ਨੂੰ ਆਖਦੇ ਹੋਏ ਤੇ ਹਮਾਸ ਦੇ ਉੱਤੇ ਦਬਾਅ ਪਾ ਰਿਹਾ ਵੀ ਭਾਈ ਤੁਹਾਨੂੰ ਇਹ ਹੁਣ ਮੰਨ ਲੈਣਾ ਚਾਹੀਦਾ ਆ। ਅਗਲੀ ਖਬਰ ਵੱਲ ਚਲੀਏ ਤੇ ਅੱਜ ਜੇ ਡੀਲ ਰਾਤ ਤੱਕ ਨਾ ਬਣੀ ਤੇ ਗਵਰਨਮੈਂਟ ਸ਼ਟਡਾਊਨ ਆਲਮੋਸਟ ਤੈਅ ਹੈਗਾ ਆ।
ਤੇ ਕਿਤੇ ਵੀ ਨਹੀਂ ਲੱਗ ਰਿਹਾ ਵੀ ਜਿਹੜੇ ਲਾ ਮੇਕਰਸ ਆ ਉਹ ਲਾਗੇ-ਛਾਗੇ ਕੰਪਰੋਮਾਈਜ਼ ਦੇ ਪਹੁੰਚ ਰਹੇ ਹੈਗੇ ਆ। ਜਿੰਨੇ ਕੁ ਵੀ ਸਾਈਨ ਆ ਰਹੇ ਆ, ਅੱਜ ਯੂਐਸ ਦੀ ਗਵਰਨਮੈਂਟ ਸ਼ਟਡਾਊਨ ਹੋ ਜੂਗੀ ਮਿਡਨਾਈਟ ਟਿਊਜ਼ਡੇ ਨਾਈਟ। ਕੱਲ੍ਹ ਜਿਹੜੀ ਮੀਟਿੰਗ ਹੋਈ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਤੇ ਹੋਰ ਕਾਂਗਰੈਸ਼ਨਲ ਲੀਡਰਸ ਦੇ ਨਾਲ, ਉਹਦੇ ਵਿੱਚ ਟਰੰਪ ਹੋਣਾ ਨੇ ਖਾਸ ਕਰਕੇ ਜਿਹੜਾ ਓਬਾਮਾ ਕੇਅਰ ਕ੍ਰੈਡਿਟ ਆ, ਉਹਦੇ ਲਈ ਤਾਂ ਓਪਨਨੈਸ ਕੀਤੀ ਸੀਗੀ, ਪਰ ਕੋਈ ਗੱਲ ਬਣੀ ਨਹੀਂ ਹੈ। ਸੋ ਜੇ ਨਹੀਂ ਬਣਦੀ ਤੇ ਇਹਦਾ ਜਿਹੜਾ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਆ, ਉਹਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਜਿਹੜਾ ਅਸਰ ਆ ਪੈਣਾ ਹੈਗਾ ਆ। ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਇਹ ਕਿਹਾ ਵੀ ਕਾਹਤੇ ਜਿਹੜੇ ਆ ਡੈਮੋਕ੍ਰੇਟਸ ਤੇ ਹੋਰ ਮਿਨੋਰਟੀ ਲੀਡਰ ਹਕੀਮ ਜੈਫਰੀਜ਼, ਉਹਨਾਂ ਨੇ ਦੱਸਿਆ ਵੀ ਕਾਹਤੇ ਲੋਕ ਸਾਨੂੰ ਵੀ ਜਿਹੜਾ ਆ ਉਹ ਹੇਟ ਕਰਦੇ ਹੈਗੇ ਆ ਕਿਉਂਕਿ ਆਪਾਂ ਜਿਹੜਾ ਸਟੈਂਡ ਨਹੀਂ ਲੈ ਰਹੇ ਹੈਗੇ। ਸੋ ਇਹ ਜੋ ਯੂਐਸ ਗਵਰਨਮੈਂਟ ਸ਼ਟਡਾਊਨ ਹੋ ਰਹੀ ਆ, ਇਹਦੇ ਵਿੱਚ ਕੱਲ ਆਪਾਂ ਡਿਟੇਲ 'ਚ ਦੱਸਿਆ ਸੀ ਵੀ ਕਿਹੜੇ-ਕਿਹੜੇ ਆਫਿਸਰਸ ਸ਼ਟਡਾਊਨ ਹੋਣਗੇ, ਕਿਹਨਾਂ ਨੂੰ ਤਨਖਾਹ ਨਹੀਂ ਮਿਲਣੀ। ਉਹ ਕੰਮ ਕਰਨਾ ਪਊਗਾ, ਪਰ ਜਦੋਂ ਤੱਕ ਕੋਈ ਡੀਲ ਨਹੀਂ ਬਣਦੀ ਜਿਹੜਾ ਉਹਨਾਂ ਨੂੰ ਤਨਖਾਹ ਨਹੀਂ ਮਿਲਣੀ ਹੈਗੀ। ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼, ਉਹਨਾਂ ਨੇ ਦੱਸਿਆ ਵੀ ਸਾਡੀ ਕਾਫੀ ਜਿਹੜੀ ਆ ਫਰੈਂਕ ਤੇ ਸ਼ਾਰਪ ਡਿਸਕਸ਼ਨ ਹੋਈ ਹੈਗੀ ਆ ਤੇ ਪਰ ਲੱਗਦਾ ਨਹੀਂ ਵੀ ਇਹਦੇ ਉੱਤੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਬਣੂਗੀ। ਸੋ ਗੈਪ ਬਹੁਤ ਜ਼ਿਆਦਾ ਆ। ਲਾਸਟ ਜਿਹੜਾ ਸ਼ਟਡਾਊਨ ਆ ਉਹ ਦਸੰਬਰ 2018 ਦੇ ਵਿੱਚ ਵਾਪਰਿਆ ਸੀ ਟਰੰਪ ਹੋਣਾ ਦੀ ਪਹਿਲੀ ਟਰਮ ਦੇ ਦੌਰਾਨ। ਲੌਂਗੇਸਟ ਇਨ ਦਾ ਹਿਸਟਰੀ 35 ਦਿਨ ਉਹਦਾ ਗਵਰਨਮੈਂਟ ਜਿਹੜੀ ਆ ਉਹ ਸ਼ਟਡਾਊਨ ਰਹੀ ਸੀ ਤੇ ਕਈ ਜਿਹੜੇ ਆ ਫੈਡਰਲ ਵਰਕਰਸ ਆ ਉਹ ਫੂਡ ਬੈਂਕਸ ਤੇ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਫ੍ਰੀ ਫੂਡ ਮਿਲਦਾ ਹੈਗਾ ਕਿਉਂਕਿ ਉਹਨਾਂ ਨੂੰ ਤਨਖਾਹ ਤਾਂ ਜਿਹੜੀ ਮਿਲਣੀ ਆ ਉਹ ਬੰਦ ਕਰ ਦਿੱਤੀ ਗਈ ਸੀ। 4 ਮਿਲੀਅਨ ਦੇ ਕਰੀਬ ਜਿਹੜੇ ਫੈਡਰਲ EMPLOYEES ਆ, ਜਿਹਦੇ ਵਿੱਚੋਂ ਬਹੁਤ ਸਾਰੇ ਸਰਵਿਸ ਮੈਂਬਰਸ ਆ ਉਹ ਵਿਦਆਊਟ ਪੇ ਚੈੱਕ ਜਾਣਗੇ। ਸੋ ਹੰਡਰਡਸ ਆਫ ਥਾਊਜ਼ੈਂਡ ਜਿਹਦੇ ਵਿੱਚੋਂ ਕਈ 에ਅਰਪੋਰਟ ਦੇ ਸਿਕਿਉਰਿਟੀ ਆਫਿਸ ਆ, 에ਅਰ ਟ੍ਰੈਫਿਕ ਕੰਟਰੋਲਰਸ ਹੈਗੇ ਆ, ਕੁਛ ਮਿਲਟਰੀ ਦੇ ਲੋਕ ਹੈਗੇ ਆ, ਜਿਨ੍ਹਾਂ ਨੂੰ ਅਸੈਂਸ਼ੀਅਲ ਵਰਕਰਸ ਗਿਣਿਆ ਜਾਂਦਾ, ਉਹਨਾਂ ਨੂੰ ਵੀ ਜਿਹੜੀ ਤਨਖਾਹ ਆ ਉਹ ਨਹੀਂ ਮਿਲਣੀ ਹੈਗੀ। 2 ਮਿਲੀਅਨ ਦੇ ਕਰੀਬ ਜਿਹੜੇ ਟਰੂਪਸ ਆ, ਉਹਨਾਂ ਨੂੰ ਵੀ ਫੋਰਸ ਕੀਤਾ ਜਾਊਗਾ ਕੰਮ ਕਰਨ ਦੇ ਲਈ ਤੇ ਉਹਨਾਂ ਨੂੰ ਜਿਹੜੀ ਤਨਖਾਹ ਆ ਉਹ ਨਹੀਂ ਮਿਲੂਗੀ ਜਦੋਂ ਤੱਕ ਜਿਹੜਾ ਕੋਈ ਸਮਝੌਤਾ ਨਹੀਂ ਹੁੰਦਾ। ਜੀ, ਬਿਲਕੁਲ। ਸੋ ਹਰ ਸਾਲ ਇਹ ਗੱਲ ਹੁੰਦੀ ਹੈ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਪਰ ਇਸ ਵਾਰ ਤੇ ਲੱਗਦਾ ਆ ਵੀ ਇਹ ਹੋਊਗਾ। ਉਹ ਤਾਂ ਕਲੀਅਰ ਹੀ ਹੋ ਗਿਆ ਜਦੋਂ ਟਰੰਪ ਹੋਣਾ ਨੇ ਬੜਾ ਇਨਸੈਂਸਿਟਿਵ ਜਿਹਾ ਜਿਹੜਾ AI ਜਨਰੇਟਿਡ ਟਵੀਟ ਹਕੀਮ ਜੈਫਰੀਜ਼ ਦੇ ਸਿਰ ਦੇ ਉੱਤੇ ਮੈਕਸੀਕਨ ਮੂਲ ਵਾਲੀ ਜਿਹੜੀ ਟੋਪੀ ਤੇ ਦੀਆਂ ਮੁੱਛਾਂ ਜਿਹੜੀਆਂ ਉਹ ਲਾ ਕੇ ਪੇਸ਼ ਕਰ ਦਿੱਤਾ। ਇਹੀ ਗੱਲ ਆ ਜੇ ਦੂਜੇ ਪਾਸੇ ਵਾਲੇ ਕਰਦੇ ਤਾਂ ਫਿਰ ਇਹ ਰੌਲਾ ਰੱਪਾ ਪਾਉਂਦੇ, ਹੁਣ ਉਹ ਪਾਈ ਜਾਂਦੇ ਹੋਣੇ ਆ। ਪਰ ਉੱਥੇ ਕਲੀਅਰ ਹੀ ਹੋ ਗਿਆ ਵੀ ਇਹ ਚਾਹੁੰਦੇ ਨਹੀਂ ਆ ਵੀ ਕੋਈ ਡੀਲ ਜਿਹੜੀ ਇਸ ਤਰੀਕੇ ਦੇ ਨਾਲ ਬਣੇ। ਸੋ ਵੈਲਕਮ ਟੂ ਪਾਰਟੀਜ਼ਨ ਪੋਲਿਟਿਕਸ ਜਿਹੜੀ ਆ ਦੋਨੋਂ ਹੀ ਪਾਰਟੀਆਂ ਜਿਹੜੀਆਂ ਇਸ ਟਾਈਮ ਸਿਰੇ ਦੇ ਉੱਤੇ ਜਿਹੜੀਆਂ ਉਸ ਨੂੰ ਲੈ ਕੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਲੱਗਦਾ ਨਹੀਂ ਆ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਾਈ ਪਾਰਟੀਜ਼ਨ ਚੀਜ਼ਾਂ ਜਿਹੜੀਆਂ ਆ ਜਿਹੜੀਆਂ ਉਹ ਨਜ਼ਰ ਜਿਹੜੀਆਂ ਉਹ ਹੋਣ। ਸੋ ਰੌਲਾ ਰੱਪਾ ਖਾਸਾ ਜਿਹੜਾ ਉਹ ਇਸ ਟਾਈਮ ਪਿਆ ਆ, ਪਰ ਹਾਲ ਦੀ ਘੜੀ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਹੁਣ ਕੁਝ ਘੰਟਿਆਂ ਦੇ ਵਿੱਚ ਕੋਈ ਫਰਕ ਪੈ ਜਾਵੇ ਤਾਂ ਪੈ ਜਾਵੇ, ਪਰ ਜਿਸ ਦੇ ਅਸਾਰ ਹੈ ਨਹੀਂ ਆ। ਜਿਹੜੀ ਸਰਕਾਰ ਆ ਇਸ ਟਾਈਮ ਸ਼ਟਡਾਊਨ ਹੋਣ ਵੱਲ ਨੂੰ, ਜਿਹੜੀ ਫੈਡਰਲ ਸਰਕਾਰ ਆ ਉਸ ਵੱਲ ਨੂੰ ਵੱਧ ਰਹੀ ਆ। ਸੋ ਕੰਮਕਾਜ ਲੋਕਾਂ ਦੇ ਕਾਫੀ ਜਿਹੜੇ ਆ ਉਸ ਦੇ ਵਿੱਚ ਉਥਲ ਪੁਥਲ ਹੋਣ ਜਾ ਰਹੀ ਹੈਗੀ ਆ। ਹਰਜੋਤ ਸਿੰਘ ਜੀ, ਹੋਰ ਵੀ ਬੜੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਨੀ ਆ। ਜਿੱਦਾਂ ਤੁਸੀਂ ਗ੍ਰੈਗ ਐਬਟ ਹੋਣਾ ਵਾਲੀ ਵੀ ਖਬਰ ਦਾ ਜ਼ਿਕਰ ਕੀਤਾ, ਉਹ ਵੀ ਆਪਾਂ CDL ਵਾਲੀ ਕਰਨੀ ਆ। ਤੇ ਟਰੰਪ ਹੋਣਾ ਨੇ ਹੋਰ ਵੀ ਝਟਕੇ ਦੇ ਦਿੱਤੇ ਆ ਭਾਰਤ ਨੂੰ, ਉਹਦੇ ਬਾਰੇ ਵੀ ਚਰਚਾ ਜਿਹੜੀ ਉਹ ਆਪਾਂ ਕਰਨੀ ਆ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਜਿਹੜੇ ਉਹ ਧਿਆਨ ਦੇ ਨਾਲ ਇਹ ਪ੍ਰੋਗਰਾਮ ਨੂੰ ਸੁਣਨ। ਅੱਗੇ ਕੀ ਲੇਟੈਸਟ ਅਪਡੇਟ ਆਈ ਆ ਟੈਕਸਸ ਤੋਂ, ਇਸ ਵਾਰ ਆਈ ਆ, ਉਹਦੇ ਬਾਰੇ ਦੱਸਾਂਗੇ। ਤੇ ਨਾਲ ਭਾਰਤ ਨੂੰ ਹੋਰ ਝਟਕਾ ਟਰੰਪ ਹੋਣਾ ਨੇ ਕੀ ਦਿੱਤਾ ਆ ਉਹਦੇ ਬਾਰੇ ਜਿਹੜੀ ਉਹ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲਿਆਂ ਦੇ ਨਾਲ ਸੰਬੰਧਿਤ ਆ। ਜਿਹੜੇ ਗ੍ਰੈਗ ਐਬਟ ਜੋ ਕਿ ਟੈਕਸਸ ਦੇ ਗਵਰਨਰ ਨੇ, ਉਹਨਾਂ ਨੇ ਜਿਹੜਾ ਅੱਜ ਟਵੀਟ, ਕੱਲ ਜਿਹੜਾ ਇਨਫੈਕਟ ਟਵੀਟ ਕੀਤਾ ਸ਼ਾਮੀ, ਵੀ ਟੈਕਸਸ ਕਹਿੰਦੇ ਵੀ ਉਹ ਪ੍ਰੋਹਿਬਿਟ ਕਰੇਗਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰਿਫਿਊਜੀਜ਼ ਨੂੰ, ਅਸਾਈਲਮ ਸੀਕਰਸ ਤੇ ਡਾਕਾ ਰੈਸੀਪੀਐਂਟਸ ਨੂੰ। ਕਹਿੰਦੇ ਆਲਰੇਡੀ ਕਰਦੇ ਆ। ਕਹਿੰਦੇ ਇਲੀਗਲ ਇਮੀਗ੍ਰੈਂਟਸ ਦੇ ਲਈ ਤਾਂ ਅਸੀਂ ਸੀਡੀਐਲ ਪਹਿਲਾਂ ਹੀ ਆਊਟਲਾ ਕੀਤੇ ਹੋਏ ਆ। ਤੇ ਕਹਿੰਦੇ ਹੁਣ ਮੈਂ ਜਿਹੜੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਹੈ, DPS ਆ, ਉਹਨਾਂ ਨੂੰ ਹੁਣ ਕਹਿ ਦਿੱਤਾ ਆ ਵੀ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਰਿਵਿਊ ਜਿਹੜੇ ਉਹ ਕੰਡਕਟ ਕਰੋ ਸਾਰੇ ਹੀ ਕਮਰਸ਼ੀਅਲ ਲਾਇਸੈਂਸ ਆਪਰੇਟਰਸ ਦੇ ਉੱਤੇ, ਜਿੰਨੇ ਵੀ ਜਿਹੜੇ ਉਸ ਦੇ ਵਿੱਚ ਹੈਗੇ ਆ। ਕਹਿੰਦੇ ਵੀ ਇਹ ਇਨਲਾਈਨ ਹੈਗਾ ਆ ਟਰੰਪ ਹੁਣਾਂ ਦੇ ਜਿਹੜੇ ਨਵੇਂ ਰੂਲਸ ਆ ਉਸ ਦੇ ਨਾਲ। ਕਹਿੰਦੇ ਵੀ ਇਹਦੇ ਨਾਲ ਜਿਹੜੇ ਨਾਨ US ਸਿਟੀਜ਼ਨਸ ਆ, ਜਿਨ੍ਹਾਂ ਨੂੰ ਟਰੱਕਿੰਗ ਲਾਇਸੈਂਸ ਲਗਾਤਾਰ ਮਿਲ ਰਹੇ ਆ, ਉਸ ਦੇ ਵਿੱਚ ਜਿਹੜੀ ਉਹ ਰੋਕ ਜਿਹੜੀ ਉਹ ਰੁਕੇਗੀ। ਤੇ ਜਿਹੜੇ US ਸਿਟੀਜ਼ਨਸ ਆ, US ਵਾਲੇ ਆ, ਅਮਰੀਕਨਸ ਆ, ਉਹ ਦੁਬਾਰਾ ਜਿਹੜੇ ਉਹ ਜੌਬਸ ਦੇ ਉੱਤੇ ਆਉਣਗੇ। ਤੇ ਕਹਿੰਦੇ ਸਾਡਾ ਗੋਲ ਇੱਕ ਹੀ ਆ, ਪਬਲਿਕ ਸੇਫਟੀ, ਰੋਡਸ ਨੂੰ ਜਿਹੜਾ ਉਹ ਸੇਫ ਬਣਾਉਣਾ। ਓਕਲਾਹੋਮਾ ਦੇ ਵਿੱਚ ਆਪਾਂ ਕੱਲ ਖਬਰ ਕੀਤੀ ਸੀ ਹਰਜੋਤ ਸਿੰਘ ਜੀ, ਵੀ 3 ਦਿਨਾਂ ਦੀ ਜਿਹੜੀ ਆਈਸ ਨੇ ਬਲਿਟਸ ਜਿਹੜੀ ਕੀਤੀ, ਜਿਹਦੇ ਵਿੱਚ 130 ਜਿਹੜੇ ਡਰਾਈਵਰ ਆ ਉਹਨਾਂ ਨੇ ਸੜਕ ਤੋਂ ਜਿਹੜੇ ਉਹ ਲਾਏ, ਜਿਨ੍ਹਾਂ ਚੋਂ ਕਈਆਂ ਨੂੰ ਆਈਸ ਨੇ ਵੀ ਜਿਹੜਾ ਉਹ ਡਿਟੇਨ ਕੀਤਾ ਹੈਗਾ ਆ। ਸੋ ਟੈਕਸਸ ਕਹਿੰਦੇ ਵੀ ਹੁਣ ਸਟਾਪ ਕਰ ਦਊਗਾ ਇਸ਼ੂ ਕਰਨੇ CDLs, ਰਿਫਿਊਜੀ, ਅਸਾਈਲਮ ਸੀਕਰਸ ਤੇ ਡਾਕਾ ਰੈਸੀਪੀਐਂਟਸ, ਉਹਨਾਂ ਜਿਹੜੇ ਉਹ ਸਾਰਿਆਂ ਨੂੰ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਆ ਉਹ ਉੱਥੇ ਬਣ ਚੁੱਕੀ ਆ। ਸੋ ਹਰਜੋਤ ਸਿੰਘ ਜੀ, ਕੰਮ ਕਹਿ ਸਕਦੇ ਆ ਵੀ ਪੂਰਾ ਹੀ ਜਿਹੜਾ ਉਹ ਤੱਤਾ ਆ ਉਹ ਹੋ ਚੁੱਕਾ ਹੈਗਾ ਆ ਹੁਣ। ਤੇ ਜਿੱਦਾਂ ਓਕਲਾਹੋਮਾ ਦੇ ਵਿੱਚ ਜਾਣਾ ਔਖਾ ਸੀ, ਹੁਣ ਲੱਗਦਾ ਦੂਜੇ ਜਿਹੜੇ ਟੈਕਸਸ ਦੇ ਵਿੱਚ ਵੀ ਜਾਣੀ। ਹੁਣ ਆਪਾਂ ਨੂੰ ਪਤਾ ਨਹੀਂ ਆ ਵੀ ਉਹਨਾਂ ਨੇ ਕਿੱਦਾਂ ਕਰਨਾ, ਵੀ ਉਹ ਮੰਨਣਗੇ ਇਹਨਾਂ ਲਾਇਸੈਂਸਿਸ ਨੂੰ, ਨਹੀਂ ਮੰਨਣਗੇ, ਇਮੀਗ੍ਰੇਸ਼ਨ ਦੇ ਸਟੇਟਸ ਨੂੰ ਕਿੱਦਾਂ ਦੇਖਣਗੇ, ਚੈੱਕ ਕਰਨਗੇ ਜਾਂ ਨਹੀਂ ਕਰਨਗੇ। ਪਰ ਜੇ ਆਪਾਂ ਗ੍ਰੈਗ ਐਬਟ ਹੁਣਾਂ ਦੀ ਗੱਲ ਦੇਖੀਏ ਤਾਂ ਜਿਹੜੀ ਉਹਨਾਂ ਦੀ ਆਹ ਲਾਈਨ ਆ ਟਵੀਟ ਜਿਹੜੀ ਕੀਤੀ ਹੋਈ ਵੀ, ਆਈ ਆਲਸੋ ਡਾਇਰੈਕਟਡ DPS ਟੂ ਕੰਡਕਟ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਰਿਵਿਊਜ਼ ਫॉर ਆਲ ਕਮਰਸ਼ੀਅਲ ਲਾਇਸੈਂਸ ਆਪਰੇਟਰਸ। ਇਹਦਾ ਮਤਲਬ ਜਿਹੜੇ ਲੰਘਣਗੇ, ਜਿਹੜੇ ਉੱਥੇ ਚੱਲਦੇ ਆ, ਉਹਨਾਂ ਦਾ ਵੀ ਫਿਰ ਇਹ ਹੁਣ ਜ਼ਿਆਦਾ ਰੋਕ ਕੇ ਜਿਹੜਾ ਉਹਨਾਂ ਨੂੰ ਪੁੱਛ ਸਕਦੇ ਆ। ਸੋ ਇਹ ਜਿਹੜੀ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਇਸ ਟਾਈਮ ਬਣੀ ਆ। ਇਹਦੇ ਨਾਲ ਓਵਰਆਲ ਜੇ ਦੇਖਿਆ ਜਾਵੇ, ਅਮਰੀਕਾ ਦੇ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟਰੱਕਿੰਗ ਦੀ ਪੂਰੀ ਨੁਹਾਰ ਜਿਹੜੀ ਉਹ ਇਸ ਟਾਈਮ ਬਦਲ ਰਹੀ ਆ, ਅਪਸਾਈਡ ਡਾਊਨ ਫਲਿਪ ਹੋ ਰਹੀ ਆ ਪੂਰੀ ਦੀ ਪੂਰੀ। ਜਿਹੜੀ ਇੰਡਸਟਰੀ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਜੂਝ ਰਹੀ ਸੀ, ਹਾਲਾਤ ਕੋਈ ਬਾੜੇ ਚੰਗੇ ਜਿਹੜੇ ਉਹ ਨਹੀਂ ਸੀ ਚੱਲ ਰਹੇ। ਪਰ ਹੁਣ ਇਦਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਸਥਿਤੀਆਂ ਦੇ ਵਿੱਚ ਕੰਮ ਹੋਰ ਵੀ ਜ਼ਿਆਦਾ ਔਖਾ ਤੇ ਤਿੱਖਾ ਜਿਹੜਾ ਇਹਨਾਂ ਦੇ ਲਈ ਹੋ ਜਾਵੇਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਟੈਕਸਸ ਸਟਾਪ ਇਸ਼ੂਇੰਗ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟੂ ਨਾਨ ਸਿਟੀਜ਼ਨਸ ਟੂ ਕੰਪਲਾਈ ਵਿਦ ਦ ਫੈਡਸ। ਇਹ 5-6 ਸਟੇਟਾਂ ਆ ਜਿਨ੍ਹਾਂ ਨੂੰ ਫੈਡਰਲ ਟਰਾਂਸਪੋਰਟੇਸ਼ਨ ਸੈਕਟਰੀ ਜਿਹੜੇ ਹੈਗੇ ਆ, ਸ਼ਾਨ ਡਫੀ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ, ਉਹਨਾਂ ਨੇ ਕਿਹਾ ਸੀ ਵੀ ਭਈ 30 ਦਿਨ ਤੁਹਾਨੂੰ ਦਿੱਤੇ ਆ, ਜੇ 30 ਦਿਨਾਂ ਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰਦੇ ਹੈਗੇ ਤਾਂ ਤੁਹਾਡੀ ਜਿਹੜੀ ਫੈਡਰਲ ਫੰਡਿੰਗ ਆ ਸੇਫਟੀ ਦੀ ਜਿਹੜੀ ਦਿੱਤੀ ਜਾਂਦੀ ਆ ਫੈਡਰਲ ਗਵਰਨਮੈਂਟ ਵੱਲੋਂ, ਬੰਦ ਕਰ ਦਿੱਤੀ ਜਾਊਗੀ। ਟੈਕਸਸ ਨੇ 51,993 ਕਮਰਸ਼ੀਅਲ ਲਾਇਸੈਂਸ ਤੇ ਪਰਮਿਟ ਨਾਨ ਸਿਟੀਜ਼ਨਸ ਨੂੰ ਇਸ਼ੂ ਕੀਤੇ ਸੀ ਸਨ 2015 ਤੋਂ ਲੈ ਕੇ ਹੁਣ ਤੱਕ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ, ਜਿਹਨੂੰ DPS ਉੱਤੇ ਕਹਿੰਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਇਮੀਡੀਏਟਲੀ ਨਾਨ ਸਿਟੀਜ਼ਨਸ ਨੂੰ ਅਸੀਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕਰਨੇ ਜਿਹੜੇ ਆ ਬੰਦ ਕਰ ਦਿੱਤੇ ਹੈ, ਇਫੈਕਟਿਵ ਇਮੀਡੀਏਟਲੀ। ਤੇ ਕਹਿੰਦੇ ਵੀ ਵਿਲ ਨੋ ਲੌਂਗਰ ਇਸ਼ੂ ਰਿਨਿਊ ਔਰ ਰੀਇਸ਼ੂ। ਨਾ ਉਹਨੇ ਰਿਨਿਊ ਕਰਨੇ ਆ ਤੇ ਨਾ ਰੀਇਸ਼ੂ ਕਰਨੇ ਆ ਉਹਨਾਂ ਡਰਾਈਵਰਸ ਦੇ ਜਿਹੜੇ ਰਿਫਿਊਜੀਜ਼ ਆ, ਅਸਾਈਲੀਜ਼ ਆ ਜਾਂ ਡਾਕਾ ਵਾਲੇ ਹੈਗੇ ਆ। ਪੈਂਡਿੰਗ ਐਪਲੀਕੇਸ਼ਨ ਤੇ ਟੈਸਟਿੰਗ ਜਿਹੜੀਆਂ ਆ ਉਹ ਸਾਰੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਹੈਗੀਆਂ, ਤੋੜਤੀਆਂ ਉਹਨਾਂ ਨੇ ਕਰ ਦਿੱਤੀਆਂ। ਟੈਕਸਿੰਗ ਟਰੱਕਿੰਗ ਐਸੋਸੀਏਸ਼ਨ ਨੇ ਬਹੁਤ ਚਿਰਾਂ ਤੋਂ ਇਹ ਰੌਲਾ ਪਾ ਰਿਹਾ ਸੀ, ਹਾਂ ਇਹ ਬਿਲਕੁਲ ਇਦਾਂ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਟਰਾਂਸਪੋਰਟੇਸ਼ਨ ਸੈਕਟਰੀ ਨੇ ਜੋ ਕੰਮ ਕੀਤਾ ਹੈਗਾ। ਤੇ ਕਹਿੰਦੇ ਵੀ ਕਾਫੀ ਜ਼ਿਆਦਾ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟੈਕਸਸ ਸਟੇਟ ਦੇ ਕੋਲ ਸੀਗੇ। 2015 ਤੋਂ ਲੈ ਕੇ ਟੈਕਸਸ ਨੇ ਹੁਣ ਤੱਕ 3.2 ਮਿਲੀਅਨ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕੀਤੇ ਹੋਆ, ਜਿਹਦੇ ਚੋਂ 51,933 ਨਾਨ ਡੋਮਿਸਾਈਲਡ ਡਰਾਈਵਰਸ ਦੇ ਹੈਗੇ ਆ।
ਸੋ 2024 ਚ ਟੈਕਸਸ ਨੇ 6265 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਕੀਤੇ ਸੀ ਨਾਨ ਸਿਟੀਜ਼ਨਸ ਨੂੰ। ਸੋ ਹੁਣ ਕੈਲੀਫੋਰਨੀਆ ਜਿਹੜੀ ਸਾਡੀ ਸਟੇਟ ਹੈਗੀ, ਇੱਥੇ ਸਭ ਤੋਂ ਜ਼ਿਆਦਾ ਹੈਗੇ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਅਗਸਤ 26 ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਅਸੀਂ ਮਿਲੀਅਨਸ ਆਫ ਫੈਡਰਲ ਜਿਹੜੀ ਫੰਡਸ ਹੈਗੇ ਆ, 160 ਹਾਈਵੇ ਫੰਡਸ ਮਿਲੀਅਨ ਜਿਹੜੇ ਹੁੰਦੇ ਆ, ਯਾ ਉਹ ਕੈਲੀਫੋਰਨੀਆ, ਨਿਊ ਮੈਕਸੀਕੋ, ਵਾਸ਼ਿੰਗਟਨ ਤੇ ਟੈਕਸਸ ਦਾ ਵੀ ਟੈਕਸਸ ਨਾਲ ਸਟੇਟ ਸੀ। ਵੀ ਇਹਨਾਂ ਚ ਬੰਦ ਕਰਾਂਗੇ। ਸੋ ਟੈਕਸਸ ਵਾਲੇ ਆਲਰੇਡੀ ਐਗਰੀ ਕਰ ਗਏ ਆ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕਿਹਾ ਵੀ 3 ਸਟੇਟਾਂ ਦੇ ਕੋਲ 3 ਦਿਨ ਹੈਗੇ ਆ, ਨਹੀਂ ਤਾਂ ਉਹਨਾਂ ਦੇ ਜਿਹੜੇ ਫੰਡਿੰਗ ਆ ਬੰਦ ਹੋ ਜਾਊਗੇ। ਕੈਲੀਫੋਰਨੀਆ $33 ਮਿਲੀਅਨ ਲੂਜ਼ ਕਰੂਗਾ, ਵਾਸ਼ਿੰਗਟਨ 10.5 ਮਿਲੀਅਨ ਤੇ ਨਿਊ ਮੈਕਸੀਕੋ 7 ਮਿਲੀਅਨ। ਜੀ, ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ। ਸੋ ਹੁਣ ਜਦੋਂ ਨਾਨ ਸਿਟੀਜ਼ਨ ਕਹਿੰਦੇ ਆ ਨਾ, ਬੰਦੇ ਨੂੰ ਇਦਾਂ ਲੱਗਦਾ ਵੀ ਗ੍ਰੀਨ ਕਾਰਡ ਵਾਲੇ ਵੀ ਕਿਤੇ ਉਹ ਤਾਂ ਨਹੀਂ ਨਾਲ। ਸੋ ਪਰ ਇਹਨਾਂ ਨੇ ਸਪੈਸੀਫਿਕਲੀ ਗ੍ਰੀਨ ਕਾਰਡ ਦਾ ਨਾਮ ਇਹਦੇ ਵਿੱਚ ਨਹੀਂ ਜਿਹੜਾ ਲਿਖਿਆ। ਸੋ ਆਪਾਂ ਇਹ ਮੰਨਦੇ ਹਾਂ ਵੀ ਗ੍ਰੀਨ ਕਾਰਡ ਵਾਲਿਆਂ ਦੇ ਲਈ ਜਿਹੜੀ ਟਰੱਕਿੰਗ ਦੀਆਂ ਜੌਬਸ ਓਪਨ ਹੀ ਜਿਹੜੀਆਂ ਉਹ ਰਹਿਣਗੀਆਂ। ਟੈਕਸਸ ਇਦਾਂ ਨਹੀਂ ਕਰੂਗਾ। ਉਹਨਾਂ ਨੇ ਮੇਨਲੀ ਉਹੀ ਕਿਹਾ ਵੀ ਜਿਹੜੇ ਨਾਨ ਡੋਮਿਸਾਈਲਡ ਹੈਗੇ ਆ ਉਹਨਾਂ ਨੂੰ, ਕਿਉਂਕਿ ਉਸ ਨੂੰ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਮੰਨਿਆ ਜਾਂਦਾ ਆ, ਜਿਹੜਾ ਗ੍ਰੀਨ ਕਾਰਡ ਦੇ ਉੱਤੇ ਵੀ ਉਹ ਲਿਖਿਆ ਹੁੰਦਾ ਆ। ਸੋ ਆਈ ਥਿੰਕ ਉਸ ਨੂੰ ਕਾਈਂਡ ਆਫ ਉਸੇ ਸਿਟੀਜ਼ਨ ਵਾਲੀ ਕੈਟਾਗਰੀ ਦੇ ਵਿੱਚ ਹੀ ਜਿਹੜਾ ਉਹ ਰੱਖਿਆ ਜਾਊਗਾ। ਰਿਫਿਊਜੀ ਵਾਲੇ ਹੋ ਗਏ, ਅਸਾਈਲਮ ਸੀਕਰ ਹੋ ਗਏ, ਡਾਕਾ ਵਾਲੇ ਹੋ ਗਏ, ਇਹਨਾਂ ਸਾਰਿਆਂ ਨੂੰ ਜਿਹੜਾ ਲਾਇਸੈਂਸ ਆ ਉਹ ਕਹਿੰਦੇ ਵੀ ਹੁਣ ਅਸੀਂ ਨਹੀਂ ਦੇਵਾਂਗੇ। ਸੋ ਜਿਨ੍ਹਾਂ ਨੇ ਐਪਲੀਕੇਸ਼ਨਾਂ ਲਾਈਆਂ ਉਹਨਾਂ ਦੀਆਂ ਵੀ ਰੱਦ ਕਰ ਦਿੱਤੀਆਂ ਤੇ ਜਿਨ੍ਹਾਂ ਦੇ ਹੈਗੇ ਆ ਉਹ ਹੁਣ ਹਰਜੋਤ ਸਿੰਘ ਜੀ ਚੱਲਦੇ ਰਹਿਣਗੇ ਜਾਂ ਉਹ ਵੀ ਉਹਨਾਂ ਨੇ ਕੈਂਸਲ ਕਰ ਦੇਣੇ ਆ, ਉਹਦੇ ਬਾਰੇ ਪਤਾ ਨਹੀਂ। ਕੁਛ ਕਿ ਜਿਹੜੇ ਟਰੱਕਰਸ ਦੇ ਨਾਲ ਹਰਜੋਤ ਸਿੰਘ ਜੀ ਕੱਲ ਹੋਰ ਗੱਲਬਾਤ ਹੋ ਰਹੀ ਸੀ, ਕਿਉਂਕਿ ਸਾਰੇ ਪਾਸੇ ਹੁਣ ਰੌਲਾ ਰੱਪਾ ਤਾਂ ਇਹ ਪਿਆ ਹੀ ਹੋਇਆ ਵੀ ਕੀ ਜਿਹੜਾ ਉਹ ਬਣਨਾ ਆ। 30 ਦਿਨਾਂ ਦੀ ਜਿਹੜੀ ਮੋਹਲਤ ਦਿੱਤੀ ਹੋਈ ਆ। ਸੋ ਕਹਿੰਦੇ ਵੀ ਕਈ ਜਿਹੜੇ ਟਰੱਕਰਸ ਆ ਜਿਹੜੇ ਵਰਕ ਪਰਮਿਟ ਵਾਲੇ ਆ, ਉਹ ਡੀਐਮਵੀਜ਼ ਦੇ ਵਿੱਚ ਜਾ ਕੇ ਚੈੱਕ ਕਰ ਰਹੇ ਆ, ਪੁੱਛ ਰਹੇ ਆ ਵੀ ਕਿੱਦਾਂ ਆ ਇਹ ਹੱਡ ਬੀਤੀ ਆ ਲੋਕਾਂ ਨੇ ਜਿਹੜੀ ਆਪ ਦੱਸੀ, ਜਿਨ੍ਹਾਂ ਦੇ ਨਾਲ ਵਾਪਰੀ ਆ। ਉਹਨਾਂ ਨੇ ਇਹ ਦੱਸਿਆ ਆ ਨਾਮ ਜਿਹੜਾ ਉਹਨਾਂ ਨੇ ਕਿਹਾ ਵੀ ਭਾਈ ਸਾਡਾ ਨਾਮ ਨਾ ਦੱਸਿਓ, ਪਰ ਇਹ ਚੀਜ਼ ਜਿਹੜੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆ। ਕਹਿੰਦੇ ਡੀਐਮਵੀ ਦੇ ਵਿੱਚ ਗਏ ਆ ਜਿਹੜੇ ਵਰਕ ਪਰਮਿਟ ਵਾਲੇ ਆ। ਹੁਣ ਇਹ ਨਹੀਂ ਪਤਾ ਵੀ ਹਰ ਇੱਕ ਦੇ ਵੱਖੋ ਵੱਖਰੇ ਕੇਸ ਦੇ ਵਿੱਚ ਆ ਜਾਂ ਇਹਨਾਂ ਨੇ ਜਰਨਲਾਈਜ਼ ਕਰ ਦਿੱਤਾ ਆ ਡੀਐਮਵੀ ਵਾਲਿਆਂ ਨੇ। ਉਹਨਾਂ ਨੇ ਇਹ ਕਿਹਾ ਵੀ ਉਹ ਉੱਥੇ ਗਏ, ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਨੇ ਉਹ ਕਹਿੰਦੇ ਵੀ ਲਾਇਸੈਂਸ ਹੀ ਵਾਪਸ ਰੱਖ ਲਏ, ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ। ਹਾਂਜੀ, ਸੋ ਇਹ ਇਹਦਾ ਆਈਸ ਵਾਲੇ ਕੰਮ ਹੋਣ ਲੱਗ ਪਿਆ ਵੀ ਆਈਸ ਵਾਲਿਆਂ ਦੇ ਲਾਇਸੈਂਸ ਉਹਨਾਂ ਨੇ ਵਾਪਸ ਰੱਖ ਕੇ, ਨਹੀਂ ਚਲੋ ਬੰਦਾ ਤਾਂ ਨਹੀਂ ਰੱਖਿਆ ਉਹਨਾਂ ਨੇ, ਡਿਟੇਨ ਤਾਂ ਨਹੀਂ ਚਲੋ ਉਹ ਕਰਦੇ, ਪਰ ਇਹ ਆ ਵੀ ਲਾਇਸੈਂਸ ਕਹਿੰਦੇ ਵੀ ਉਹਨਾਂ ਨੇ ਵਾਪਸ ਜਿਹੜੇ ਉਹ ਲੈ ਲਏ ਆ। ਇਹ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੇ ਜਾਣਕਾਰੀ ਜਿਹੜੀ ਹਰਜੋਤ ਸਿੰਘ ਜੀ ਦਿੱਤੀ ਆ। ਸੋ ਟ੍ਰੈਂਡ ਦਾ ਜਿਹੜਾ ਇਹ ਅਸਰ ਆ ਉਹ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਉਹ ਨਜ਼ਰ ਆ ਰਿਹਾ ਹੈ, ਕਿਉਂਕਿ ਜਿਹੜੀ ਕੱਲ ਸ਼ੌਨ ਡਫੀ ਹੋਣਾ ਨੇ 2 ਦਿਨ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਕਹਿੰਦੇ ਵੀ ਬੰਦੇ ਦੀ ਵੈਲਿਡਿਟੀ ਜਿਹੜੀ ਉਹ ਘੱਟ ਆ ਤੇ ਲਾਇਸੈਂਸ ਦੀ ਵੈਲਿਡਿਟੀ ਵੱਧ ਆ। ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ? ਸਭ ਨੂੰ ਪਤਾ ਆ ਜਿਹੜੇ ਵੀ ਕੋਈ ਇੱਥੇ ਲੋਕ ਆਉਂਦੇ ਆ, I-94 ਦੀ ਜਦੋਂ ਤੁਹਾਡੀ ਟਰਮੀਨੇਸ਼ਨ ਡੇਟ ਬੇਸਿਕਲੀ ਆ ਜਾਂਦੀ, ਐਕਸਪਾਇਰੇਸ਼ਨ ਡੇਟ ਆ ਜਾਂਦੀ ਆ, ਜਦੋਂ ਤੁਸੀਂ ਰੈਗੂਲਰ ਲਾਇਸੈਂਸ ਲੈਣ ਜਾਂਦੇ ਉਸ ਤੋਂ ਬਾਅਦ ਦਾ ਲਾਇਸੈਂਸ ਨਹੀਂ ਮਿਲਦਾ ਹੁੰਦਾ, ਉਦੋਂ ਤੱਕ ਦਾ ਜਿਹੜਾ ਲਾਸਟ ਐਕਸਪਾਇਰੇਸ਼ਨ ਡੇਟ ਜਿਹੜੀ ਉਹ ਹੁੰਦੀ ਆ। ਸੋ ਇਹ ਕੁਝ ਜਿਹੜੇ ਡਰਾਈਵਰਸ ਆ ਉਹਨਾਂ ਨੇ ਮੈਨੂੰ ਜਾਣਕਾਰੀ ਜਿਹੜੀ ਦਿੱਤੀ ਆ। ਹੁਣ ਤਾਂ ਡਰਾਈਵਰ ਵੀ ਨਹੀਂ ਰਹਿ ਗਏ ਜਦੋਂ ਲਾਇਸੈਂਸ ਹੀ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਨੇ ਰੱਖ ਲਿਆ। ਸੋ ਡੀਐਮਵੀ ਵੀ ਰਿਅਲਾਈਜ਼ ਕਰ ਰਿਹਾ ਵੀ ਗੜਬੜਾਂ ਜਿਹੜੀਆਂ ਉਹਨਾਂ ਦੇ ਕੋਲੋਂ ਕੀਤੀਆਂ ਗਈਆਂ ਆ ਉਹ ਹੋਈਆਂ ਆ ਤੇ ਉਸ ਨੂੰ ਸੁਧਾਰਨ ਲਈ ਕਈਆਂ ਦੇ ਲਾਇਸੈਂਸ ਜਿਹੜੇ ਉਹਨਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ ਆ। ਵਾਸ਼ਿੰਗਟਨ ਤੋਂ ਜਿਹੜੇ ਦੱਸਿਆ ਜਾ ਰਿਹਾ ਸੀ ਵੀ ਉਹਨਾਂ ਲੋਕਾਂ ਨੂੰ ਘਰੋਂ ਘਰੀ ਕਈਆਂ ਨੂੰ ਚਿੱਠੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਵੀ ਭਾਈ ਜਿਨ੍ਹਾਂ ਜਿਹੜੇ ਬੇਸਿਕਲੀ ਨਾਨ ਸਿਟੀਜ਼ਨਸ ਆ, ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਲਾਇਸੈਂਸ ਜਿਹੜੇ ਮਿਲੇ ਆ, ਵੀ ਉਹ ਆ ਕੇ ਆਪਣਾ ਚੈੱਕ ਕਰਾਉਣ ਜਾਂ ਦੁਬਾਰਾ ਟੈਸਟ ਹੋਊਗਾ ਜਾਂ ਜੋ ਵੀ ਉਹ ਉਹਨਾਂ ਨੇ ਅੱਗੇ ਕਰਨਾ ਆ। ਜਿਹੜਾ ਹੁਣ ਸੇਵ ਪ੍ਰੋਗਰਾਮ ਦੇ ਵਿੱਚੋਂ ਜਿਹੜਾ ਪਾਸ ਨਹੀਂ ਹੋਊਗਾ ਇਮੀਗ੍ਰੇਸ਼ਨ ਦਾ ਬੇਸਿਕਲੀ ਚੈੱਕ ਪੁਆਇੰਟ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਨਲਾਈਨ ਜਿਹੜਾ ਰੱਖਿਆ ਹੈ। ਇਹਦੇ ਪ੍ਰੋਗਰਾਮ ਬਾਰੇ ਕਿਸੇ ਨੂੰ ਨਹੀਂ ਸੀ ਪਤਾ, ਜਦ ਸ਼ੌਨ ਡਫੀ ਹੋਣਾ ਨੇ ਦੱਸਿਆ ਸੀ ਉਸ ਤੋਂ ਬਾਅਦ ਹੀ ਇਸ ਪ੍ਰੋਗਰਾਮ ਬਾਰੇ ਪਤਾ ਲੱਗਾ ਸੀਗਾ। ਸੋ ਉਹ ਚੀਜ਼ ਜਿਹੜੀ ਇਸ ਟਾਈਮ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਅਸਰ ਇਸ ਦੇ ਜਿਹੜੇ ਇਫੈਕਟ ਨੇ ਹਰਜੋਤ ਸਿੰਘ ਜੀ 4 ਚੁਫੇਰੇ ਜਿਹੜੇ ਉਹ ਇਸ ਟਾਈਮ ਬਣ ਰਹੇ ਆ। ਦੇਖੋ ਇਹੀ ਗੱਲ ਆ, ਲਾਇਸੈਂਸ ਦੇਣ ਵਾਲੇ ਵੀ ਇਹੀ ਸੀਗੇ ਤੇ ਰੱਦ ਕਰਨ ਵਾਲੇ ਵੀ ਇਹੀ ਨੇ। ਸੋ ਜੇ ਉਹਨਾਂ ਨੇ ਦਿੱਤੇ ਆ ਤੇ ਅਖਤਿਆਰ ਉਹਨਾਂ ਦੇ ਕੋਲ ਫਿਰ ਰੱਦ ਕਰਨ ਦਾ ਵੀ ਉਹਨਾਂ ਕੀ ਆ, ਜੇ ਉਹਨਾਂ ਕੋਲ ਦੇਣ ਦਾ ਅਖਤਿਆਰ ਜਿਹੜਾ ਉਹ ਹੈਗਾ ਆ। ਹਾਂ, ਅਮਰੀਕਾ ਦੇ ਵਿੱਚ ਸਪਲਾਈ ਚੇਨ ਦੀ ਇੰਡਸਟਰੀ ਕੱਲੀ ਇਹਦੀ ਨਹੀਂ, ਇਹਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਇੰਡਸਟਰੀਆਂ ਦੇ ਉੱਤੇ ਜਿਹੜਾ ਉਹ ਅਸਰ ਤਾਂ ਜਿਹੜਾ ਇੱਕ ਵਾਰੀ ਜ਼ਰੂਰ ਪਵੇਗਾ ਹੀ ਪਵੇਗਾ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਜਿਹੜੀ ਜੌਬ ਮਾਰਕੀਟ ਆ ਉਹ ਕਾਫੀ ਟਫ ਹੈਗੀ ਆ। ਬਹੁਤ ਸਾਰੇ ਘੱਟ ਲੋਕ ਜਿਹੜੇ ਆ ਉਹ ਜੌਬਸ ਨੂੰ ਕੁਇਟ ਕਰ ਰਹੇ ਆ
ਤੇ ਜਿਹੜੇ ਬਿਜ਼ਨੈਸਸ ਆ ਉਹ ਬਹੁਤ ਘੱਟ ਲੋਕਾਂ ਨੂੰ ਹਾਇਰ ਕਰ ਰਹੇ ਆ। ਕਹਿੰਦੇ ਵੀ ਬਿਜ਼ਨੈਸਸ ਆਰ ਹਾਇਰਿੰਗ ਵਰਕਰਸ ਐਟ ਦਾ ਸਲੋਐਸਟ ਪੇਸ ਸਿੰਸ ਦਾ ਪੈਂਡੈਮਿਕ। ਜਦੋਂ ਕਰੋਨਾ ਆਇਆ ਸੀ ਉਸ ਟਾਈਮ ਜਿੱਦਾਂ ਸੀ, ਉਸ ਤੋਂ ਬਾਅਦ ਹੁਣ ਉਸ ਲੈਵਲ ਤੇ ਹੀ ਆ ਵੀ ਜਿਹੜੇ ਬਿਜ਼ਨੈਸਸ ਆ ਉਹ ਹਾਇਰ ਨਹੀਂ ਕਰ ਰਹੇ ਹੈਗੇ। ਜੌਬ ਓਪਨਿੰਗਸ ਹਜੇ ਵੀ 7.2 ਮਿਲੀਅਨ ਅਗਸਤ ਮਹੀਨੇ 'ਚ ਸ਼ੋ ਹੋ ਰਹੀਆਂ, ਪਰ ਸੈਕੰਡ ਲੋਐਸਟ ਆ ਸਿੰਸ ਪੈਂਡੈਮਿਕ। ਤੇ ਰੇਟ ਆਫ ਹਾਇਰਿੰਗ ਪ੍ਰਾਈਵੇਟ ਸੈਕਟਰ ਦੇ ਵਿੱਚ 3.5% ਡਾਊਨ ਚਲਾ ਗਿਆ, ਜੋ ਕਿ ਲੋਐਸਟ ਲੈਵਲ ਆ ਆਲਮੋਸਟ 15 ਸਾਲਾਂ ਦੇ ਵਿੱਚ। ਤੇ ਜਿਹੜੇ ਪਰਸੈਂਟੇਜ ਆਫ ਜਿਹੜੇ ਲੋਕ ਆ ਕੁਇਟ ਕਰ ਰਹੇ ਆਪਣੀ ਜੌਬਸ ਨੂੰ ਪ੍ਰਾਈਵੇਟ ਸੈਕਟਰ 'ਚ, ਉਹ ਸਿਰਫ 2.1% ਰਹਿ ਗਿਆ। ਇੱਕ ਵੇਲਾ ਸੀ ਤੇ ਬਸ ਸਾਰੇ ਕਹਿੰਦੇ ਸੀ ਵੀ ਅਸੀਂ ਜੌਬ ਛੱਡ ਦੇਣੀ, ਜੌਬ ਛੱਡ ਦੇਣੀ ਆ, ਤੇ ਉਹ ਵੇਵ ਚੱਲ ਰਹੀ ਸੀਗੀ। ਪਰ ਹੁਣ ਦੇਖ ਲਓ ਵੀ ਲੋਕਾਂ ਨੂੰ ਜਿਹੜੀ ਜੌਬਸ ਆ ਉਹ ਨਹੀਂ ਮਿਲ ਰਹੀ ਹੈਗੀ। ਸੋ ਲੇ ਆਫ ਜਿਹੜਾ ਆ 100 ਜੌਬਾਂ ਦੇ ਪਿੱਛੇ 1.2 ਹੈਗਾ ਅਗਸਤ ਮਹੀਨੇ 'ਚ। ਸੋ ਜੌਬ ਓਪਨਿੰਗ ਰਿਪੋਰਟ ਜਿਹੜੀ ਪਿਛਲੇ ਹਫ਼ਤੇ ਹੀ ਪਬਲਿਸ਼ ਹੋਈ ਹੈਗੀ ਆ, ਤੇ ਕਹਿੰਦੇ ਜੇ ਗਵਰਨਮੈਂਟ ਸ਼ਟਡਾਊਨ ਹੋ ਗਈ ਤਾਂ ਫਿਰ ਹੁਣ ਸਤੰਬਰ ਮਹੀਨੇ ਦੀ ਫਿਰ ਰਿਪੋਰਟ ਨਹੀਂ ਆਣੀ। ਇਹ ਅਗਸਤ ਮਹੀਨੇ ਦੀ ਜਿਹੜੀ ਰਿਪੋਰਟ ਆ ਉਹ ਮਾਰਕੀਟ ਵਾਚ ਨੇ ਅੱਜ ਜਿਹੜੀ ਪਬਲਿਸ਼ ਕੀਤੀ ਹੈਗੀ ਆ। ਸੋ ਯੂਐਸ ਦੀ ਇਕਨੋਮੀ ਇਸ ਵੇਲੇ ਲੋ ਹਾਇਰ ਮੋਡ ਦੇ ਵਿੱਚ ਆ। ਸੋ ਸਾਰੇ ਜਿੱਥੇ ਵੀ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਜੌਬ ਕਰ ਰਹੇ ਆ, ਜਿਹਨਾਂ ਕੋਲ ਹੈਗੀ ਆ ਵਧੀਆ ਤਰੀਕੇ ਦੇ ਨਾਲ ਕਰੋ। ਤੇ ਕਿਉਂਕਿ ਜੇ ਲੇ ਆਫ ਹੋ ਗਿਆ, ਜੌਬ ਦੀ ਛੁੱਟੀ ਹੋ ਗਈ ਤਾਂ ਬੜੀ ਹਾਰਡ ਆ ਅੱਜ ਕੱਲ ਜਿਹੜੀਆਂ ਜੌਬਸ ਨੂੰ ਲੱਭਣਾ। ਬਿਲਕੁਲ ਹਰਜੋਤ ਸਿੰਘ ਜੀ, ਛੱਡਣੀ ਕਿਉਂ ਆ? ਜੋ ਹਾਲਾਤ ਬਣੇ ਪਏ ਆ, ਜਿੱਦਾਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਸਿੱਟ ਕੇ ਕੰਮ ਕਰਨ ਵਾਲੀ ਗੱਲ ਆ, ਵੀ ਇਦਾਂ ਦੇ ਹਾਲਾਤ ਜਿਹੜੇ ਉਹ ਇਸ ਟਾਈਮ ਬਣੇ ਪਏ ਆ। ਜਿਹਦੇ ਕੋਲ ਜਿਹੜੀ ਜੌਬ ਆ ਭਾਈ ਤਨਦੇਹੀ ਦੇ ਨਾਲ ਜਿਹੜਾ ਉਹ ਕਰੋ। ਜੇ ਕਿਸੇ ਨੂੰ ਵਧੀਆ ਓਪਰਚੁਨਿਟੀ ਮਿਲਦੀ ਆ ਉਹਨੇ ਤਾਂ ਚਲੋ ਉਰੇ ਪਰੇ ਨੂੰ ਜਿਹੜਾ ਉਹ ਜਾਣਾ ਹੀ ਜਾਣਾ ਹੁੰਦਾ ਆ। ਬਾਕੀ ਸਿਚੁਏਸ਼ਨ ਇਕਨੋਮੀ ਦੀ ਸਾਹਮਣੇ ਆ, ਤੇ ਉਹਦੇ ਵਿੱਚ ਮਿਕਸ ਕਰ ਲਓ ਹਰਜੋਤ ਸਿੰਘ ਜੀ ਸਪਲਾਈ ਚੇਨ ਦਾ ਜਿਹੜਾ ਰੌਲਾ ਰੱਪਾ। ਤੇ ਸਪਲਾਈ ਚੇਨ ਦਾ ਰੌਲਾ ਰੱਪਾ ਪਿਆ ਸੀ ਕੋਵਿਡ ਦੇ ਸ਼ੁਰੂਆਤ 'ਚ, ਕਿੱਦਾਂ ਹਾਹਾਕਾਰ ਮਚੀ ਸੀ। ਲੋਕ ਟਾਇਲਟ ਪੇਪਰ ਏਦਾਂ ਇਕੱਠੇ ਕਰਦੇ ਸੀ ਵੀ ਜਿੱਦਾਂ ਪਤਾ ਨਹੀਂ ਇਹ ਰੇਅਰ ਅਰਥ ਮਟੀਰੀਅਲ ਆ, ਵੀ ਏਦਾਂ ਯੂਕਰੇਨ 'ਚੋਂ ਸੋਨਾ ਲੱਭਾ ਹੁੰਦਾ, ਵੀ ਇਹ ਛੱਡਣ ਨਹੀਂ ਦੇਣਾ, ਜਾਣ ਨਹੀਂ ਦੇਣਾ। ਉਦੋਂ ਸਿਚੁਏਸ਼ਨ ਫਿਰ ਏਦਾਂ ਦੀ ਜਿਹੜੀ ਉਹ ਬਣ ਜਾਂਦੀ ਆ। ਸੋ ਜਿਹੜਾ ਦੇਖ ਕੇ ਹੀ ਜਿਹੜਾ ਚੱਲਿਆ ਜਾਵੇ, ਇਕਨੋਮੀ ਕਿਸ ਪਾਸੇ ਵੱਲ ਨੂੰ ਜਾਊਗੀ, ਕਿਵੇਂ ਕਿਸ ਕਰਵਟ ਬੈਠੂਗੀ। ਏਦਾਂ ਦੇ ਵੱਡੇ ਜਿਹੜੇ ਹਰਜੋਤ ਸਿੰਘ ਜੀ ਪ੍ਰੋਗਰਾਮਾਂ 'ਚੋਂ ਜਾਂ ਐਲਾਨਾਂ 'ਚੋਂ ਇਹ ਵੀ ਨਜ਼ਰ ਆਉਂਦਾ ਵੀ ਜਦੋਂ ਅਮਰੀਕਨਸ ਦੀ ਜੌਬ ਬਚਾਉਣ ਦੀ ਗੱਲ ਕਰਦੇ ਆ, ਉਹਦਾ ਮਤਲਬ ਕੁਝ ਹੋਰ ਵੀ ਹੁੰਦਾ ਆ, ਅੰਦਰ ਖਾਤੇ ਗੁੱਝੇ ਭੇਦ ਵੀ ਹੁੰਦਾ ਆ ਵੀ ਸਥਿਤੀ ਆਪਣੇ ਵੋਟਰ ਬੇਸ ਦੀ ਵੀ ਜਿਹੜੀ ਉਹਨਾਂ ਨੇ ਬਚਾਉਣੀ ਆ, ਤੇ ਦੂਜਿਆਂ ਨੂੰ ਕਹਿੰਦੇ ਵੀ ਚਲੋ ਹੁਣ ਕੋਈ ਨਹੀਂ, ਬਲੀ ਦਾ ਬੱਕਰਾ ਇਹਨਾਂ ਨੂੰ ਬਣਾਇਆ ਜਾ ਸਕਦਾ ਹੁੰਦਾ ਆ। ਇੱਕ ਛੋਟੀ ਜਿਹੀ ਹੋਰ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਜਿਹੜਾ ਝਟਕਾ ਟਰੰਪ ਹੁਣਾਂ ਨੇ ਇੰਡੀਆ ਨੂੰ ਦਿੱਤਾ ਆ ਪੋਰਟ ਵਾਲਾ, ਈਰਾਨ ਦੇ ਪੋਰਟ ਵਾਲਾ, ਉਹਦੇ ਬਾਰੇ ਚਰਚਾ ਆਪਾਂ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਜਿਹੜੀ ਯੂਐਸ ਦੀ ਸਰਕਾਰ ਆ ਉਹਨਾਂ ਨੇ ਸੈਂਕਸ਼ਨਸ ਦਾ ਵੇਵਰ ਦਿੱਤਾ ਹੋਇਆ ਸੀ ਈਰਾਨ ਦੇ ਜਿਹੜੇ ਸ਼ਾਹਬਾਰ ਜਿਹੜਾ ਪੋਰਟ ਆ ਉਸ ਦੇ ਉੱਤੇ। ਇਸ ਪੋਰਟ ਦੇ ਉੱਤੇ ਈਰਾਨ ਦੀ ਇਸ ਬੰਦਰਗਾਹ ਦੇ ਉੱਤੇ ਭਾਰਤ ਨੇ ਜਿਹੜੀ ਉਹ ਡੀਲ ਬਣਾਈ ਹੋਈ ਸੀ $370 ਮਿਲੀਅਨ ਦੀ ਇੰਡੀਅਨ ਪੋਰਟ ਗਲੋਬਲ ਲਿਮਟਿਡ ਦੇ ਨਾਲ, ਜਿਹੜਾ ਉਹ ਮਿਲ ਕੇ ਤੇ ਪੋਰਟ ਤੇ ਮੈਰੀਟਾਈਮ ਆਰਗੇਨਾਈਜੇਸ਼ਨ ਜਿਹੜੀ ਈਰਾਨ ਆ ਉਹਨਾਂ ਦੇ ਨਾਲ ਵੀ ਉਹਨਾਂ ਨੇ $370 ਮਿਲੀਅਨ ਇਨਵੈਸਟ ਕਰਨੇ ਆ। ਈਰਾਨ ਦੇ ਉੱਤੇ ਸੈਂਕਸ਼ਨਾਂ ਬਹੁਤ ਲੱਗੀਆਂ ਹੋਈਆਂ ਸੀ, ਪਰ ਇਸ ਜਿਹੜੀ ਬੰਦਰਗਾਹ ਨੂੰ ਛੋਟ ਦਿੱਤੀ ਹੋਈ ਸੀ, ਕਹਿੰਦੇ ਵੀ ਅਫਗਾਨਿਸਤਾਨ ਨੂੰ ਮੁੜ ਵਸਾਉਣਾ ਆ ਉਸ ਦੇ ਜਿਹੜਾ ਉਹ ਕਰਕੇ। ਪਰ ਕੱਲ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਉਹਨਾਂ ਨੇ ਇਹ ਜਿਹੜੀਆਂ ਸੈਂਕਸ਼ਨਸ ਨੂੰ ਜਿਹੜੀ ਛੋਟ ਦਿੱਤੀ ਹੋਈ ਸੀ, ਇਹਨਾਂ ਸੈਂਕਸ਼ਨਸ ਤੋਂ ਜਿਹੜਾ ਬਚਾਅ ਕੀਤਾ ਹੋਇਆ ਸੀ ਇਸ ਦਾ, ਉਹਦੇ ਨਾਲ ਇਹ ਸੈਂਕਸ਼ਨਾਂ ਜਿਹੜੀਆਂ ਆ ਹੁਣ ਇਹਦੇ ਉੱਤੇ ਵੀ ਜਿਹੜੀਆਂ ਉਹ ਲੱਗ ਗਈਆਂ। ਸੋ ਭਾਰਤ ਦੇ ਕੰਟਰੋਲ ਦੇ ਅੰਡਰ ਜਿਹੜਾ ਇਹ ਪੋਰਟ ਬੰਦਰਗਾਹ ਜਿਹੜਾ ਈਰਾਨ ਦਾ ਜਿਹੜਾ ਚੱਲ ਰਿਹਾ ਸੀ, ਹੁਣ ਉਹ ਸੈਂਕਸ਼ਨਾਂ ਦੇ ਅਧੀਨ ਜਿਹੜਾ ਉਹ ਆ ਗਿਆ। ਤੇ ਜਿਹੜੇ ਲੋਕ ਵੀ ਈਰਾਨ ਦੇ ਨਾਲ ਕਾਰੋਬਾਰ ਇਸ ਤਰੀਕੇ ਦੇ ਨਾਲ ਕਰਨਗੇ, ਉਹਨਾਂ ਦੀ ਫਿਰ ਕਹਿੰਦੇ ਆ ਵੀ ਉਹ ਖੈਰ ਨਹੀਂ ਹੈਗੀ। ਸੋ ਈਰਾਨ ਦੇ ਜ਼ਰੀਏ ਜਿਹੜੀ ਇਹਨਾਂ ਨੇ ਇੱਕ ਬੈਕਡੋਰ ਬਣਾਈ ਸੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਕਰਨ ਦੀ, ਆਪਾਂ ਨੂੰ ਪਤਾ ਵੀ ਬਲੋਚੀਆਂ ਵਾਲਾ ਵੀ ਕਿਸ ਤਰੀਕੇ ਦੇ ਨਾਲ ਐਂਗਲ ਜਿਹੜਾ ਉਹ ਚੱਲਦਾ ਆ। ਤੇ ਜਦੋਂ ਪੰਜਾਬ 'ਚ ਹੜ੍ਹ ਆਏ ਸੀ ਉਦੋਂ ਮੋਦੀ ਨੂੰ ਦਿਖਿਆ ਨਹੀਂ, ਜਦੋਂ ਅਫਗਾਨਿਸਤਾਨ 'ਚ ਭੁਚਾਲ ਆਏ ਸੀਗੇ ਤੇ ਝੱਟ ਦੇਣੀ ਉਹਨੇ ਪੈਕੇਜ ਜਿਹੜੀ ਰਾਹਤ ਸਮੱਗਰੀ ਉੱਥੇ ਘਲਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਸਾਰਾ ਜਿਹੜਾ ਇਸ ਪੋਰਟ ਦੇ ਜ਼ਰੀਏ ਜਿਹੜਾ ਉਹ ਨਾਲ ਦੇ ਨਾਲ ਟਾਈਡ ਇਨ ਸੀਗਾ। ਸੋ ਇੰਡੀਆ ਨੂੰ ਇੱਕ ਹੋਰ ਜਿਹੜਾ ਮੋਦੀ ਨੂੰ ਇੱਕ ਹੋਰ ਜਿਹੜਾ ਝਟਕਾ ਜਿਹੜਾ ਇਸ ਦੇ ਵਿੱਚ ਦੇ ਦਿੱਤਾ ਆ, ਜਿਹੜਾ ਇਹਨਾਂ ਦੇ ਕੰਟਰੋਲ ਦੇ ਅੰਡਰ ਚੱਲ ਰਿਹਾ ਸੀਗਾ ਪੋਰਟ ਸ਼ਬਾਰ ਪੋਰਟ, ਜਿਹੜੀ 10 ਸਾਲ ਦੀ ਡੀਲ ਇਹਨਾਂ ਦੀ ਬਣੀ ਹੋਈ ਸੀ, ਉਸ ਦੇ ਉੱਤੇ ਲੀਕ ਜਿਹੜੀ ਆ ਹਰਜੋਤ ਸਿੰਘ ਜੀ ਫੇਰ ਦਿੱਤੀ ਆ। 2018 ਦੇ ਵਿੱਚ ਐਗਜ਼ੈਂਪਸ਼ਨ ਪਾਲਿਸੀ ਇੰਟਰੋਡਿਊਸ ਕੀਤੀ ਗਈ ਸੀ, ਇਸ ਪੋਰਟ ਨੂੰ ਬਚਾਇਆ ਗਿਆ ਸੀਗਾ ਵੀ ਸੈਂਕਸ਼ਨਾਂ ਤੋਂ ਬਚਾਇਆ ਗਿਆ ਸੀਗਾ। ਪਰ ਕੱਲ 29 ਸਤੰਬਰ 2025 ਨੂੰ ਸੈਕਟਰੀ ਆਫ ਸਟੇਟ ਨੇ ਇਹ ਜਿਹੜੀਆਂ ਸੈਂਕਸ਼ਨਸ ਆ ਇਹਦੇ ਉੱਤੇ ਵੀ ਹੁਣ ਲਾ ਦਿੱਤੀਆਂ ਆ। ਜਿਹੜੀਆਂ ਰੋਕਾਂ ਤੋਂ ਬਚਾਅ ਹੋਇਆ ਸੀ, ਉਹ ਢਿੱਲ ਜਿਹੜੀ ਦਿੱਤੀ ਹੋਈ ਸੀ, ਉਹ ਢਿੱਲ ਜਿਹੜੀ ਆ ਉਹ ਹੁਣ ਕੱਸ ਦਿੱਤੀ ਆ, ਚੂੜੀ ਜਿਹੜੀ ਉਹ ਟੈਟ ਕਰ ਦਿੱਤੀ ਆ। ਤੇ ਇੰਡੀਆ ਨੂੰ, ਭਾਰਤ ਨੂੰ ਜਿਹੜਾ ਆ ਇੱਕ ਹੋਰ ਮੋਦੀ ਨੂੰ ਜਿਹੜਾ ਉਹ ਵੱਡਾ ਝਟਕਾ ਜਿਹੜਾ ਇਸ ਦੇ ਵਿੱਚ ਦਿੱਤਾ ਆ। 50% ਇੰਡੀਆ ਦੇ ਇੰਪੋਰਟ ਦੇ ਉੱਤੇ ਟੈਰਿਫ, ਫਾਰਮਾਸਿਊਟੀਕਲ ਦੇ ਉੱਤੇ ਜਿਹੜਾ ਟੈਰਿਫ, ਮੂਵੀਜ਼ ਦੇ ਉੱਤੇ ਜਿਹੜਾ ਉਹ ਟੈਰਿਫ, ਤੇ ਫਿਰ H1B ਵਾਲਾ ਜਿਹੜਾ ਉਹ ਰੌਲਾ ਰੱਪਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਇੰਡੀਆ ਵਾਲੇ ਹੁਣ ਇਹ ਸੋਚ ਰਿਹਾ ਵੀ ਅਗਲੇ ਹਫਤੇ ਜਾਂ ਇਸ ਹਫਤੇ 'ਚ ਉਹਨਾਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਣੀ ਆ ਵੀ ਸ਼ਾਇਦ ਜਿਹੜੀ ਕਿਸੇ ਤਰੀਕੇ ਦੇ ਨਾਲ ਗੱਲ ਨੂੰ ਅੱਗੇ ਵਧਾਇਆ ਜਾਵੇ। ਪੀਯੂਸ਼ ਗੋਇਲ ਇਸ ਹਫਤੇ ਵਾਸ਼ਿੰਗਟਨ DC ਦੇ ਵਿੱਚ ਕਹਿੰਦੇ ਵੀ ਆਉਣਗੇ ਟੈਰਿਫ ਦੀਆਂ ਜਿਹੜੀਆਂ ਨੈਗੋਸੀਏਸ਼ਨ ਜਿਹੜੀਆਂ ਉਹ ਕਰਨ ਦੇ ਲਈ। ਸੋ ਜਾ ਵੀ ਚੁੱਕੇ ਨੇ ਜਾਂ ਹੋ ਸਕਦਾ ਦੁਬਾਰਾ ਫੇਰ ਵੀ ਆਉਣਾ ਹੋਵੇ, ਪਰ ਅਜੇ ਕੋਈ ਇਹਨਾਂ ਦੀ ਡੀਲ ਤਣ ਪੱਤਣ ਲੱਗੀ ਨਹੀਂ ਆ। ਪਰ ਈਰਾਨ ਦੇ ਵਿੱਚ $370 ਮਿਲੀਅਨ ਦਾ ਜਿਹੜਾ ਇੱਕ ਝਟਕਾ ਆ ਭਾਰਤ ਨੂੰ, ਅਮਰੀਕਾ ਨੇ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਜਿਹੜਾ ਉਹ ਇਸ ਬੰਦਰਗਾਹ ਦੇ ਉੱਤੇ ਸੈਂਕਸ਼ਨਾਂ ਲਾ ਕੇ, ਸੈਕਸ਼ਨਾਂ ਦੇ ਅਧੀਨ ਜਿਹੜਾ ਰੋਕਾਂ ਦੇ ਅਧੀਨ ਜਿਹੜਾ ਉਹ ਲਿਆ ਕੇ ਲਾ ਦਿੱਤਾ ਹੈਗਾ। ਝਟਕੇ ਤੇ ਝਟਕਾ ਜਿਹੜਾ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਉਹ ਇੰਡੀਆ ਨੂੰ ਦੇ ਰਿਹਾ ਆ। ਅੱਜ ਦਾ ਨਿਊ ਯਾਰਕਰ ਇਹ ਮੈਗਜ਼ੀਨ ਆ, ਬੜਾ ਮਸ਼ਹੂਰ ਮੈਗਜ਼ੀਨ ਆ, ਇਹਨ ਘੱਟੋ ਘੱਟ 7 ਪੇਜਾਂ ਦੀ ਰਿਪੋਰਟ ਛਾਪੀ ਆ ਤੇ ਉਹਦਾ ਹੈਡਿੰਗ ਇਹ ਲਿਖਿਆ, ਦ ਸਟਨਿੰਗ ਰਿਵਰਸਲ ਇਨ US ਇੰਡੀਆ ਰਿਲੇਸ਼ਨਸ, ਵਾਈ ਇਜ਼ ਡੋਨਲਡ ਟਰੰਪ ਟਰਨਿੰਗ ਔਨ ਹਿਜ਼ ਆਈਡੀਓਲੋਜੀਕਲ ਐਲਾਈ ਨਰਿੰਦਰ ਮੋਦੀ। ਸੋ ਕਹਿੰਦੇ ਵੀ ਇੱਕ ਟਾਈਮ ਸੀ ਜਿੱਥੇ 50,000 ਦਾ ਇਕੱਠ ਹੋ ਕੇ ਹੌਡੀ ਮੋਡੀ ਦੇ ਨਾਅਰੇ ਲੱਗੇ, ਉੱਥੇ ਪੂਰੀ ਦੁਨੀਆ ਦੇ ਇੰਡੀਅਨ ਇਕੱਠੇ ਹੋਏ ਸੀ ਟੈਕਸਸ ਦੇ ਵਿੱਚ। ਕਿੱਥੇ ਹੁਣ ਜਿਹੜਾ ਸਮਾਂ ਆ ਗਿਆ ਵੀ ਪੱਟ ਕੇ ਝਟਕੇ ਦੇ ਝਟਕਾ ਦੇ ਰਹੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ। ਸੋ ਉਹਦੇ ਦੋ ਰੀਜਨ ਉਹਨੇ ਮੇਨ ਦੱਸੇ, ਇੱਕ ਤਾਂ ਗਲੋਬਲੀ ਕੀ ਕੁਝ ਚੇਂਜ ਹੋ ਰਿਹਾ ਹੈਗਾ, ਗਲੋਬਲ ਆਰਡਰ ਤੇ ਜੀਓ ਪੋਲਿਟਿਕਸ ਨੂੰ ਲੈ ਕੇ। ਇੰਡੀਆ ਵਾਲੇ ਆਮ ਲੋਕਾਂ ਨੂੰ ਤਾਂ ਕਿਸੇ ਨੂੰ ਫਾਇਦਾ ਨਹੀਂ ਹੋਇਆ ਗੈਸ ਲੈਣ ਦਾ, ਸਿਰਫ ਜਿਹੜੀਆਂ ਦੋ ਕੰਪਨੀਆਂ ਸੀਆਂ ਅਡਾਨੀਆਂ ਦੀਆਂ, ਅੰਬਾਨੀਆਂ ਦੀਆਂ, ਉਹਨਾਂ ਨੂੰ ਹੀ ਫਾਇਦਾ ਹੋਇਆ। ਤੇ ਰਸ਼ੀਆ ਦੀ ਲੜਾਈ ਚੱਲਦੀ ਰਹੀ। ਕਹਿੰਦੇ ਵੀ ਰਸ਼ੀਆ ਦੀ ਲੜਾਈ ਨੂੰ ਚੱਲਦਾ ਰੱਖਣ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਹ ਟਰੰਪ ਐਡਮਿਨਿਸਟ੍ਰੇਸ਼ਨ ਓਪਨਲੀ ਕਹਿ ਰਿਹਾ ਹੈ। ਜਿਹੜੇ ਪੀਟਰ ਨਵਾਰੋ ਉਹਨਾਂ ਨੇ ਬਹੁਤ ਵਾਰ ਕਿਹਾ ਹੈਗਾ।
ਈਵਨ ਕੱਲ ਤਾਂ ਇੱਕ ਹੋਰ ਧਮਕੀ ਦਿੱਤੀ ਸੀ ਲੁਟਨਿਕ ਹੋਣਾ ਨੇ, ਜਿਹੜੇ ਕਮਰਸ ਸੈਕਟਰੀ ਆ, ਵੀ ਬੰਦੇ ਬਣ ਕੇ ਸਾਡੇ ਨਾਲ ਗੱਲਬਾਤ ਕਰੋ ਜੇ ਕਰਨੀ ਆ ਇੰਡੀਆ ਵਾਲਿਆਂ ਨੂੰ, ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਹੈਗਾ। ਦੂਸਰਾ ਜਿਹੜਾ ਮੇਨ ਕਾਰਨ ਇਸ ਨਿਊਯਾਰਕਰ ਮੈਗਜ਼ੀਨ ਨੇ ਉਹਦੇ 'ਚ ਛਾਪਿਆ, ਕਹਿੰਦੇ ਵੀ ਟਰੰਪ ਉਹਨਾਂ ਦੀ ਪਰਸਨੈਲਿਟੀ। ਉਹ ਕਹਿੰਦੇ ਯਾਰ ਵੀ ਟਰੰਪ ਹੁਣੀ ਕਹਿੰਦੇ ਵੀ ਮੈਂ ਤਾਂ ਸਮਝੌਤਾ ਕਰਾਇਆ ਇੰਡੀਆ ਪਾਕਿਸਤਾਨ ਦੀ ਲੜਾਈ ਦਾ, ਤੇ ਮੈਨੂੰ ਕ੍ਰੈਡਿਟ ਦੇਣਾ ਚਾਹੀਦਾ ਸੀ ਇਹਨਾਂ ਨੂੰ, ਤੇ ਉਹਦੇ ਇਹ ਬੋਲਦੇ ਕੁਛ ਨਹੀਂ। ਪਾਕਿਸਤਾਨ ਵਾਲੇ ਸ਼ੈਤਾਨ ਨਿਕਲੇ, ਉਹਨਾਂ ਨੇ ਜਾ ਕੇ ਕਹਿ ਦਿੱਤਾ ਵੀ ਹਾਂ ਠੀਕ ਆ, ਅਸੀਂ ਨੋਬਲ ਪ੍ਰਾਈਜ਼ ਦੇ ਲਈ ਤੁਹਾਨੂੰ ਨੋਮੀਨੇਟ ਕਰਦੇ ਹਾਂ, ਲੈਟਰ ਲਿਖਾਂਗੇ, ਤੇ ਉਹਦੇ ਕਰਕੇ ਫਿਰ ਟਰੰਪ ਹੋਣਾ ਨੇ ਪਾਕਿਸਤਾਨ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਜਿਹੜੀ ਜੱਫੀ ਆ ਉਹ ਪਾ ਲਈ ਹੈਗੀ ਆ। ਕਸ਼ਮੀਰ ਵਾਲੇ ਇਸ਼ੂ ਤੇ ਇੰਡੀਆ ਵਾਲੇ ਕਹਿੰਦੇ ਬਾਹਰ ਵਾਲੇ ਇੰਟਰਫੀਅਰ ਨਾ ਕਰੋ, ਪਰ ਹੁਣ ਇਹ ਓਪਨਲੀ ਕਹਿੰਦੇ ਅਸੀਂ ਗੱਲਬਾਤ ਕਰਾਂਗੇ। ਸੋ ਪਰਸਨਲੀ ਵੀ ਕਹਿੰਦੇ ਟਰਾਈ ਕੀਤੀ ਜ਼ਰੂਰ ਆ ਟਰੰਪ ਹੋਣਾ ਨੇ ਮੋਦੀ ਨਾਲ ਗੱਲਬਾਤ ਕਰਨ ਦੀ, ਪਰ ਮੋਦੀ ਹੁਣੀ ਵੀ ਕਸੂਤੇ ਫਸੇ ਹੋਏ ਆ। H1 ਵੀ ਵੀਜ਼ਾ ਲੈ ਲਓ ਹਨਾ, ਪਹਿਲਾਂ ਕਿਸ ਤਰ੍ਹਾਂ ਕੜੀਆਂ ਲਾ ਕੇ ਭੇਜੇ ਗਏ ਇੰਡੀਆ ਨੂੰ ਜਿਹੜੇ ਲੋਕ ਸੀਗੇ, ਅਨਡਾਕੂਮੈਂਟਡ ਸੀਗੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਪੂਰੇ ਵੀਡੀਓ ਦੇ ਵਿੱਚ ਸ਼ੋਅ ਕੀਤਾ ਗਿਆ। ਹੁਣ ਅੱਜ ਇਰਾਨ ਵਾਲੇ ਪੋਰਟ ਦੀ ਗੱਲਬਾਤ ਹੋ ਗਈ ਹੈਗੀ ਆ। ਹਰ ਰੋਜ਼ ਕੋਈ ਨਾ ਕੋਈ ਜਿਹੜਾ ਝਟਕਾ ਉਹ ਲੱਗ ਰਿਹਾ। ਆਊਟਸੋਰਸਿੰਗ ਨੂੰ ਲੈ ਕੇ ਵੀ ਬਿੱਲ ਜਿਹੜਾ ਆ ਰਿਹਾ ਹੈਗਾ, ਵੀ ਜਿਹੜੀਆਂ ਕਈ ਹੁਣ ਇੰਡੀਅਨ ਆਊਟਸੋਰਸਿੰਗ ਜਿਹੜੀਆਂ ਕੰਪਨੀਆਂ, ਕੰਸਲਟਿੰਗ ਕੰਪਨੀਜ਼, ਉਹ ਕਹਿੰਦੇ ਅਸੀਂ ਤਾਂ ਆਪਰੇਸ਼ਨ ਹੀ ਇੰਡੀਆ ਲੈ ਜਾਣਾ। ਇਹ ਕਹਿੰਦੇ ਵੀ ਅਸੀਂ 100% ਤੱਕ ਜਿਹੜਾ ਟੈਰਿਫ ਤੁਹਾਡੇ ਤੇ ਲਾਵਾਂਗੇ। ਤੇ ਜਿਹੜੇ ਸ਼ਸ਼ੀ ਥਰੂਰ ਆ, ਕਾਂਗਰਸੀ ਆ, ਇੰਡੀਆ ਦੇ ਬੜੇ ਪੁਰਾਣੇ ਪੋਲੀਟੀਸ਼ੀਅਨ ਆ, ਪੜ੍ਹੇ ਲਿਖੇ ਹੈਗੇ ਆ, ਉਹਨਾਂ ਨੇ ਕਿਹਾ ਵੀ ਬਾਹਰ ਵਾਲੇ ਇੰਡੀਅਨ ਬੋਲਦੇ ਕੁਛ ਨਹੀਂ, ਤੇ ਉਹ ਹੁਣ ਇਹਨਾਂ ਨੂੰ ਤਾਂ ਜੇ ਕੋਈ ਮੌਕਾ ਮਿਲੇ, ਕੋਈ ਇਹ ਤਾਂ ਸਿੱਖਾਂ ਦੁਆਲੇ ਲੱਗੇ ਰਹਿੰਦੇ ਆ, ਸਿੱਖਾਂ ਦੀ ਕੋਈ ਖਬਰ ਲੱਭ ਜਾਵੇ ਸਾਰੀ ਦੁਨੀਆ ਦਾ ਜ਼ੋਰ ਉਹਦੇ ਤੇ ਲਾ ਦੇਣਾ। SV 509 ਬਿੱਲ ਤੁਹਾਡੇ ਸਾਹਮਣੇ ਆ, ਵੀ ਤੁਹਾਡਾ ਕੀ ਨੁਕਸਾਨ ਆ ਜਿਹੜਾ ਤੁਸੀਂ ਇਸ ਬਿੱਲ ਦਾ ਵਿਰੋਧ ਕਰ ਰਹੇ ਹੈਗੇ ਆ। ਤੁਸੀਂ ਦੇਖੋ ਵੀ ਪ੍ਰੈਜ਼ੀਡੈਂਟ ਟਰੰਪ ਨੇ ਸਭ ਤੋਂ ਪਹਿਲਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਸੱਦਿਆ ਸੀ ਵਾਈਟ ਹਾਊਸ ਦੇ ਵਿੱਚ। ਉੱਥੇ ਜਿਹੜਾ ਮੀਡੀਆ ਆ, ਉਹ ਮੀਡੀਆ ਸਿੱਖਾਂ ਦੁਆਲੇ ਲੱਗਿਆ ਰਿਹਾ ਜੀ, ਦੇਖੋ ਜੀ ਇੱਥੇ ਆ ਖਾਲਿਸਤਾਨੀ ਆ, ਇੱਥੇ ਆ ਜੀ, ਉੱਥੇ ਆ, ਵੀ ਤੁਸੀਂ ਆਪਣੇ ਮੁਲਕ ਦੀ ਕੋਈ ਗੱਲਬਾਤ ਕਰੋ, ਕੋਈ ਬਿਜ਼ਨਸ ਡੀਲ ਦੀ ਗੱਲ ਕਰੋ। ਜਿਹੜੇ ਅਮਰੀਕਾ 'ਚ ਰਹਿੰਦੇ ਉਹਨਾਂ ਨੂੰ ਪਤਾ ਵੀ ਇੱਥੇ ਕਿੰਨੀ ਕੁ ਫਰੀਡਮ ਆਫ ਸਪੀਚ ਹੈਗੀ ਆ। ਇੱਥੇ ਤਾਂ ਸਾਰੇ ਹੁਣ ਕੱਲ ਦੀ ਇੱਕ ਵੀਡੀਓ ਘੁੰਮਦੀ ਹੈਗੀ ਆ ਬਹੁਤ ਜ਼ਿਆਦਾ, ਸ਼ਿਕਾਗੋ ਦੇ ਵਿੱਚ ਆਈਸ ਵਾਲੇ ਏਜੰਟ ਸੀਗੇ 7-8 ਜਣੇ, ਤੇ ਇੱਕ ਸਾਈਕਲ ਤੇ ਆਇਆ ਜਿਹੜਾ ਡਿਲੀਵਰੀ ਵਾਲਾ ਬੰਦਾ ਸੀ, ਤੇ ਉਹ ਉਹਨਾਂ ਨੂੰ ਟੌਂਚ ਕਰਦਾ ਸੀ, ਤੇ ਉਹਨੇ ਕਿਹਾ ਵੀ ਮੈਂ ਨਾਨ ਸਿਟੀਜ਼ਨ ਆ, ਮੈਨੂੰ ਫੜ ਕੇ ਲੈ ਲਓ, ਤੇ ਉਹ ਭੱਜ ਗਿਆ ਉੱਥੋਂ ਸਾਈਕਲ ਤੇ ਉਹ ਵੀਡੀਓ ਇੰਨੀ ਵਾਇਰਲ ਚੱਲ ਰਹੀ ਆ ਵੀ 7 ਜਣਿਆਂ ਤੋਂ ਫੜ ਨਹੀਂ ਹੋਇਆ, ਪਿੱਛੇ ਭੱਜੇ ਜ਼ਰੂਰ। ਸੋ ਇੱਥੇ ਆਜ਼ਾਦੀ ਹੈਗੀ ਆ ਹਰ ਇੱਕ ਨੂੰ ਬੋਲਣ ਦੀ, ਹਰ ਇੱਕ ਨੂੰ ਜੋ ਮਰਜ਼ੀ ਬੋਲ ਸਕਦਾ ਹੈਗਾ, ਐਜ਼ ਲੌਂਗ ਐਜ਼ ਤੁਸੀਂ ਕਿਸੇ ਨੂੰ ਹਾਰਮ ਨਹੀਂ ਕਰਦੇ, ਕੁੱਟਦੇ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਨਹੀਂ ਕਰਦੇ। ਸੋ ਫੋਕਸ ਤਾਂ ਤੁਹਾਨੂੰ ਤੁਹਾਡੀ ਬਿਜ਼ਨਸ ਡੀਲਸ ਤੇ ਕਰਨਾ ਚਾਹੀਦਾ ਸੀ, ਤੇ ਤੁਸੀਂ ਸਾਰਾ ਜਿਹੜਾ ਫੋਕਸ ਆ ਉਹ ਸਿੱਖਾਂ ਦੇ ਦੁਆਲੇ ਲਵਾਇਆ, ਤੇ ਉਹ ਹੁਣ ਉਹ ਤੁਹਾਡੇ ਸਾਹਮਣੇ ਆ, ਹੁਣ ਜਿਹੜਾ ਰਿਜ਼ਲਟ ਆ ਉਹ ਤੁਸੀਂ ਦੇਖ ਲਓ। ਸੋ ਜਿਹੜੇ ਸ਼ੌਕੀਨ ਹੈਗੇ ਪੜ੍ਹਨ ਲਿਖਣ ਦੇ, ਜ਼ਰੂਰ ਅੱਜ ਦਾ ਜਿਹੜਾ ਨਿਊਯਾਰਕਰ ਮੈਗਜ਼ੀਨ ਹੈਗਾ ਉਹਦਾ ਆਰਟੀਕਲ ਪੜ੍ਹਿਓ, ਬਹੁਤ ਵਧੀਆ ਆਰਟੀਕਲ ਲਿਖਿਆ, ਸਾਡੇ ਕੋਲ ਸਮਾਂ ਨਹੀਂ, ਕਾਫੀ ਲੰਮਾ ਸਾਰਾ ਆਰਟੀਕਲ ਆ। ਆਈਜ਼ੈਕ ਚੋਟਨਰ ਨਾਮ ਦੇ ਇਹ ਜਰਨਲਿਸਟ ਆ, ਉਹਨਾਂ ਨੇ ਆਰਟੀਕਲ ਲਿਖਿਆ ਜੀ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਕਰ ਦਈਏ। ਜਿਹੜੇ ਕੋਈ ਸੋਚਦੇ ਨਾ ਵੀ ਇੱਥੇ ਕਰਤੂਤ ਕਰਾਂਗੇ, ਅਮਰੀਕਾ ਤੋਂ ਭੱਜ ਕੇ ਤੇ ਇੰਡੀਆ ਨੂੰ ਚੱਲ ਜਾਾਂਗੇ ਤਾਂ ਫਿਰ ਹੋਣਾ ਕੱਖ ਨਹੀਂ ਆ। ਇਹ ਅਗਲੀ ਖਬਰ ਉਹਨਾਂ ਜਿਹੜੇ ਕ੍ਰਿਮੀਨਲ ਮਾਈਂਡ ਲੋਕਾਂ ਦੇ ਲਈ ਆ। ਅਮਰੀਕਾ ਦੇ ਵਿੱਚ ਜੇ ਤੁਸੀਂ ਇਦਾਂ ਦੀ ਕਰਤੂਤ ਕਰਦੇ ਆ, ਕਿਸੇ ਨੂੰ ਮਾਰਦੇ ਆ, ਮਾਰ ਕੇ ਭੱਜ ਜਾਂਦੇ ਆ, ਤਾਂ ਇਹਨਾਂ ਨੇ ਪਿੱਛੇ ਆਉਣਾ। ਨਿਖਿਲ ਗੁਪਤਾ ਇੱਕ ਉਦਾਹਰਨ ਆ ਇਸ ਦੇ ਵਿੱਚ। ਉਹਨੇ ਕੋਸ਼ਿਸ਼ ਕੀਤੀ ਸੀਗੀ ਤੇ ਉਹ ਫੜ ਕੇ ਪ੍ਰਾਗ ਤੋਂ ਲਿਆਂਦਾ, ਤੇ ਉਹ ਅਜੇ ਤੱਕ ਅੰਦਰ ਆ, ਤੇ ਕੇਸ ਜਿਹੜਾ ਨਵੰਬਰ 'ਚ ਉਹਦਾ ਚੱਲਣਾ ਸ਼ੁਰੂ ਹੋ ਜਾਣਾ, ਟਰਾਇਲ ਸ਼ੁਰੂ ਹੋਣਾ। ਹੁਣੇ ਅਗਲੀ ਖਬਰ ਲੌਂਗ ਆਈਲੈਂਡ ਦੀ ਆ ਰਹੀ ਆ। ਇੱਕ ਹਾਈ ਸਪੀਡ ਕ੍ਰੈਸ਼ ਜਿਹੜਾ ਵਾਪਰਿਆ ਸੀ 20 ਸਾਲ ਪਹਿਲਾਂ ਹਰਜੋਤ ਸਿੰਘ ਜੀ, ਉਸ ਦੇ ਵਿੱਚ ਇੱਕ ਭਾਰਤੀ ਮੂਲ ਦਾ ਬੰਦਾ ਗਣੇਸ਼ ਸ਼ਨੋਏ, ਜਿਹਦੇ ਕਰਕੇ ਐਕਸੀਡੈਂਟ ਹੋਇਆ ਸੀ। ਉਹ ਐਕਸੀਡੈਂਟ ਦੇ ਵਿੱਚ ਇੱਕ ਫਿਲਿਪ ਮੈਸਟਰੋਪੋਲੋ ਕਰਕੇ ਨਾਂ ਦਾ ਬੰਦਾ ਸੀ, ਉਸ ਦੀ ਮੌਤ ਹੋ ਗਈ ਸੀਗੀ। 44 ਸਾਲਾਂ ਦਾ ਸੀਗਾ, ਤੇ ਅਪ੍ਰੈਲ 2005 ਦੇ ਵਿੱਚ ਉਹਦੀ ਮੌਤ ਹੋ ਗਈ। ਜਿਹੜਾ ਬਿਹਾਈਂਡ ਦਾ ਵੀਲ ਭਾਰਤੀ ਮੂਲ ਦਾ ਗਣੇਸ਼ ਸ਼ਨੋਏ ਸੀਗਾ, ਉਹ ਉੱਥੋਂ ਦੌੜ ਗਿਆ 2 ਹਫ਼ਤਿਆਂ ਦੇ ਵਿੱਚ, ਜਿਹੜਾ ਉਹ ਰਹਿ ਕੇ, ਤੇ ਇਵੈਂਚੁਅਲੀ ਇਸ ਬੰਦੇ ਨੂੰ ਜਿਹੜਾ ਸ਼ਨੋਏ ਆ, ਗਣੇਸ਼ ਸ਼ਨੋਏ ਆ, ਉਸ ਨੂੰ ਹੁਣ ਉਸ ਦੀ ਹਵਾਲਗੀ ਲੈ ਕੇ ਅਮਰੀਕਾ ਦੇ ਵਿੱਚ ਵਾਪਸ ਲੈ ਆਂਦਾ ਗਿਆ ਆ, ਤੇ ਹੁਣ ਉਸ ਨੂੰ ਜਿਹੜੇ ਇਨਸਾਫ ਦੇ ਤਰਾਜੂ ਦੇ ਵਿੱਚ ਇੱਕ ਹਿਸਾਬ ਦੇ ਨਾਲ ਤੋਲਿਆ ਜਿਹੜਾ ਉਹ ਜਾਵੇਗਾ। ਇੰਪੈਕਟ ਕਹਿੰਦੇ ਵੀ ਉਸ ਕ੍ਰੈਸ਼ ਦਾ ਇੰਨਾ ਕੁ ਜ਼ਿਆਦਾ ਭਿਆਨਕ ਸੀਗਾ ਵੀ ਜਿਹੜੀ ਫਿਲਿਪ ਦੀ ਕਾਰ ਆ 65 ਫੁੱਟ ਦੂਰ ਜਿਹੜੀ ਆ ਉਹ ਫਰੇਟ ਲਾਈਨਰ ਜਿਹੜਾ ਬਾਕਸ ਟਰੱਕ ਆ ਉਹਦੇ ਮੋਹਰਿਓ ਜਿਹੜੀ ਉੱਡ ਕੇ ਜਿਹੜੀ ਉਹ ਗਈ ਆ।
ਉਸ ਟਾਈਮ ਦੇ ਉੱਤੇ ਫਿਲਿਪ ਦੇ ਜਿਹੜੇ ਆ ਉਹ 2 ਬੱਚੇ ਸੀਗੇ, ਵਾਈਫ ਸੀਗੀ ਤੇ ਉਹ ਆਪ ਜਿਹੜਾ ਉਸਦੀ ਇਸ ਦੇ ਵਿੱਚ ਮੌਤ ਹੋ ਗਈ। ਜਿਹੜਾ ਗਣੇਸ਼ ਸ਼ਨੋਇਆ ਇਸਨੇ ਝੂਠ ਬੋਲਿਆ, ਕਹਿੰਦਾ ਵੀ ਗ੍ਰੀਨ ਲਾਈਟ ਸੀਗੀ ਤੇ ਉਹ ਬਾਅਦ ਦੇ ਵਿੱਚ 14 ਦਿਨਾਂ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਭਾਰਤ ਨੂੰ ਫਲਾਈਟ ਲੈ ਕੇ ਜਿਹੜਾ ਉਹ ਦੌੜ ਗਿਆ। ਅਗਲੇ 18 ਸਾਲ ਯੂਐਸ ਨੇ ਇਸ ਦੀ ਐਕਸਟ੍ਰੈਡੀਸ਼ਨ ਦੀ ਮੰਗ ਕੀਤੀ। ਉਹਨੇ ਬੜੀ ਜੱਦੋਜਹਿਦ ਕੀਤੀ ਵੀ ਮੈਨੂੰ ਉੱਥੋਂ ਨਾ ਹੀ ਜਿਹੜਾ ਉਹ ਜਾਣਾ ਪਵੇ, ਪਰ ਫਾਈਨਲੀ ਜਿਹੜੀ ਐਕਸਟ੍ਰੈਡੀਸ਼ਨ ਆ ਉਸ ਦੀ ਮਨਜ਼ੂਰੀ ਜਿਹੜੀ ਉਹ ਮਿਲੀ ਤੇ ਹੁਣ ਜਿਹੜਾ ਗਣੇਸ਼ ਸ਼ਨੋਏ ਆ ਉਹ ਇੱਥੇ ਜਿਹੜਾ ਉਹ ਲਿਆਂਦਾ ਜਿਹੜਾ ਜਾਵੇਗਾ। ਮੈਨਸਲੌਟਰ ਦੇ ਕੇਸ ਦੇ ਵਿੱਚ ਐਕਸਟ੍ਰੈਡੀਸ਼ਨ ਜਿਹੜੀ ਉਹ ਇਸ ਦੀ ਹੋਈ ਆ, ਹਵਾਲਗੀ ਜਿਹੜੀ ਇਸ ਦੀ ਲਈ ਗਈ ਆ ਤੇ ਹੁਣ ਇਸ ਨੂੰ ਜਿਹੜੇ ਟ੍ਰਾਇਲ ਜੇ ਚੱਲਦਾ ਆ, ਟ੍ਰਾਇਲ ਤੋਂ ਬਾਅਦ ਇਸ ਨੂੰ ਜਿਹੜੀ ਉਹ ਸਜ਼ਾ ਹੋ ਸਕਦੀ ਹੈ। ਕਹਿੰਦੇ ਵੀ 15 ਸਾਲ ਦੀ ਜਿਹੜੀ ਸਜ਼ਾ ਇਸ ਨੂੰ ਹੋ ਸਕਦੀ ਆ ਜੇ ਇਸ ਮਾਮਲੇ ਦੇ ਵਿੱਚ ਗਣੇਸ਼ ਸ਼ਨੋਏ ਜਿਹੜਾ ਉਹ ਕਨਵਿਕਟ ਹੋ ਜਾਂਦਾ ਆ। ਤੇ ਜਿੰਨੇ ਕਿ ਸਬੂਤ ਆ ਹਰਜੋਤ ਸਿੰਘ ਜੀ, ਕੋਈ ਅਧਿਕਾਰੀ, ਕੋਈ ਸਰਕਾਰ 18 ਸਾਲ 20 ਸਾਲ ਬਗੈਰ ਕਿਸੇ ਦੋਸ਼ ਨਾ ਹੁੰਦੇ ਹੋਏ ਕਿਸੇ ਬੰਦੇ ਦੀ ਉੱਤੇ ਹਵਾਲਗੀ ਨਹੀਂ ਜਿਹੜੀ ਉਹ ਲਊਗੀ। ਸੋ ਐਕਸਟ੍ਰੈਡੀਸ਼ਨ ਉਹਨਾਂ ਨੇ ਜਿਹੜੀ ਉਹ ਕਰਾਈ ਆ। 2017 ਤੋਂ ਬਾਅਦ ਚ ਪਹਿਲੀ ਵਾਰੀ ਭਾਰਤ ਤੋਂ ਕਿਸੇ ਨੂੰ ਐਕਸਟ੍ਰਾਡਾਈਟ ਕਰਕੇ ਇੱਥੇ ਅਮਰੀਕਾ ਦੇ ਵਿੱਚ ਲਿਆਂਦਾ ਗਿਆ ਆ। ਸੋ ਇਹ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਸੋਚਦੇ ਆ ਵੀ ਇੱਥੇ ਕਰਤੂਤ ਕਰਨਗੇ ਤੇ ਇੱਥੋਂ ਦੌੜ ਜਾਣਗੇ ਤੇ ਫਿਰ ਕੁਛ ਜਿਹੜਾ ਉਹ ਬਣਨਾ ਨਹੀਂ। ਜੇ ਸਰਕਾਰ ਜੇ ਤੁਹਾਨੂੰ ਜਸਟਿਸ ਦੇ ਮੋਹਰੇ ਲਿਆਉਣਾ ਆ ਤਾਂ ਭਾਈ ਫਿਰ 20-20 ਸਾਲ ਤੱਕ ਦੀ ਵੇਟ ਵੀ ਹੁੰਦੀ ਆ। ਤੇ ਇਸ ਤਰੀਕੇ ਦੇ ਨਾਲ ਜਿਹੜਾ ਗਣੇਸ਼ ਆ ਉਹ ਹੁਣ ਇੱਥੇ ਲਿਆਂਦਾ ਗਿਆ ਆ ਤੇ ਉਸ ਦੇ ਉੱਤੇ ਹੁਣ ਕੇਸ ਚੱਲੇਗਾ ਤੇ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਆ ਜੇ ਉਹਨਾਂ ਦੋਸ਼ਾਂ 'ਚ ਦੋਸ਼ੀ ਪਾਇਆ ਜਾਂਦਾ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਕਰਨੀ ਕੀ ਜਾਈ। ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।